ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ। ਸ਼੍ਰੀ ਹਰਿਗੋਬਿੰਦ ਸੁਮਤ ਪਰਕਾਸਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ ਵਸਤਰ ਸ਼ਸਤਰ ਸਜ ਕੇ ਬਿਦਨਾਨਾ। ਜੇਵਰ ਜਬਰ ਜੀਵ ਜਿਨ ਜਾਨਾ। ਸਭਾ ਖਾਲਸੇ ਕੀ ਦਿਸ ਚਾਰੀ। ਮਿਲੇ ਹਜ਼ਾਰੋ ਨਰ ਅਰ ਨਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੁਰਹਾਨਪੁਰ ਪਹੁੰਚੇ ਅਤੇ ਨਾਲ ਨਾਲ ਬਹਾਦਰ ਸ਼ਾਹ ਦਾ ਲਸ਼ਕਰ ਵੀ ਜਾ ਰਿਹਾ ਹੈ। ਮਾਰਵਾੜ ਦੇ ਇਲਾਕੇ ਦੇ ਰਾਜਿਆਂ ਨੂੰ ਆਪਣੇ ਅੰਡਰ ਕਰਦਾ ਹੋਇਆ ਬਹਾਦਰ ਸ਼ਾਹ ਤਾਪਤੀ ਨਦੀ ਦੇ ਕਿਨਾਰੇ ਤੇ ਡੇਰਾ ਕਰਦਾ ਹੈ। ਥੋੜੀ ਦੂਰੀ ਤੇ ਜਾ ਕੇ ਸਤਿਗੁਰੂ ਪਾਤਸ਼ਾਹ ਵੀ ਆਪਣਾ ਪੜਾਅ ਕਰਦੇ ਆ। ਇੱਕ ਉੱਚੇ ਟਿੱਬੇ ਦੇ ਉੱਤੇ ਜਿਸ ਨੂੰ ਦਮਦਮਾ ਕਹਿੰਦੇ ਹਨ, ਉੱਥੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਤੇ ਇਲਾਕੇ ਦੀਆਂ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ ਔਰ ਕੁਝ ਸਮਾਂ ਰਹਿ ਕਰਕੇ ਸਤਿਗੁਰਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਵਿਚਾਰਾਂ ਹੋਈਆਂ। ਇੱਥੋਂ ਪਾਤਸ਼ਾਹ ਜੀ ਅਗਲੇ ਦਿਨ ਫਿਰ ਅੱਗੇ ਚੱਲਦੇ ਹਨ ਔਰ ਬੁਰਹਾਨਪੁਰ ਦੇ ਵਿੱਚ ਪਹੁੰਚ ਕਰਕੇ ਸਤਿਗੁਰੂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਅਨੇਕਾਂ ਬਖਸ਼ਾਂ ਕਰਦੇ ਆ। ਬੁਰਹਾਨਪੁਰ ਦੀਆਂ ਸੰਗਤਾਂ ਨੇ ਆਪਾਂ ਪਿੱਛੇ ਸਰਵਣ ਕੀਤਾ ਸੀ ਕਿ ਇੱਕ ਸੁੰਦਰ ਅਸਥਾਨ ਤਿਆਰ ਕਰਕੇ ਸਤਿਗੁਰਾਂ ਦੀ ਉਡੀਕ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਵੀ ਜਦੋਂ ਗੁਰੂ ਸਾਹਿਬ ਆ ਕੇ ਚਰਨ ਪਾਉਣਗੇ ਉਦੋਂ ਹੀ ਇਹਨੂੰ ਖੋਲਾਂਗੇ। ਤੇ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੇ ਜਾਣ ਦਾ ਉਹਨਾਂ ਨੂੰ ਪਤਾ ਲੱਗਿਆ, ਸੰਗਤ ਅੱਗੋਂ ਆ ਕੇ ਲੈ ਕੇ ਜਾਂਦੀ ਆ। ਫਿਰ ਉਸ ਮਕਾਨ ਦੇ ਵਿੱਚ ਸਤਿਗੁਰਾਂ ਦਾ ਉਤਾਰਾ ਕਰਾਉਂਦੇ ਆ। ਉਸ ਤੋਂ ਬਾਅਦ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਕੀ ਬਖਸ਼ਾਂ ਕਰਦੇ ਆ, ਇਹ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਰਸ਼ਨ ਕਰਤ ਹੋਤ ਬਲਹਾਰੀ। ਸੁਨੇ ਬਾਕ ਗੁਰ ਕੇ ਸੁਖਕਾਰੀ। ਇਉਂ ਸਤਿਗੁਰੂ ਪਾਤਸ਼ਾਹ ਤਾਪਤੀ ਨਦੀ ਦੇ ਕਿਨਾਰੇ ਇੱਕ ਉੱਚੇ ਟਿੱਲੇ ਦੇ ਉੱਤੇ ਬੈਠ ਕਰਕੇ ਆਪਣਾ ਆਸਣ ਲਾਉਂਦੇ ਆ
ਤੇ ਉਸ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆ ਕੇ ਮਿਲਣ ਲੱਗੀਆਂ ਜੀ। ਇਸ ਪ੍ਰਕਾਰ ਕੇਤਕ ਦਿਨ ਡੇਰਾ ਬਸੇ ਦੇਸ਼ ਬਹੁਤ ਸੁੰਦਰ ਹੀਰਾ। ਔਰ ਇਹ ਬੁਰਹਾਨਪੁਰ ਦਾ ਇਲਾਕਾ ਹੈ ਜਿਸ ਦੇ ਵਿੱਚ ਰਹਿ ਕਰਕੇ ਸਤਿਗੁਰੂ ਇਸ ਇਲਾਕੇ ਨੂੰ ਅਨੇਕਾਂ ਵਰ ਦਿੰਦੇ ਹਨ, ਬਖਸ਼ਾਂ ਕਰਦੇ ਹਨ ਕਿ ਇੱਥੇ ਬਹੁਤ ਸੁੰਦਰ ਇਲਾਕਾ ਵਸੇਗਾ, ਦੇਸ਼ ਵਸੇਗਾ। ਪਾਪੀ ਕੂਪ ਤਰੋਵਰ ਭਾਰੇ ਸੂਰਜ ਦੋਹਿਤਾ ਤੀਰ ਉਦਾਰੇ। ਔਰ ਗੁਰੂ ਪਿਆਰਿਓ, ਇਸ ਇਲਾਕੇ ਦੇ ਵਿੱਚ ਬਾਪੀ ਰੂਪ ਤਰੋਵਰ ਭਾਰੇ, ਬਹੁਤ ਸਾਰੀਆਂ ਬੌਲੀਆਂ, ਖੂਹ, ਹਰੇ ਭਰੇ ਦਰਖਤ ਹਨ। ਔਰ ਸੂਰਜ ਦੋਹਿਤਾ ਭਾਵ ਸੂਰਜ ਪੁੱਤਰੀ ਤਾਪਤੀ ਨਦੀ, ਇਸ ਦਾ ਕਿਨਾਰਾ ਬੜਾ ਸੁੰਦਰ ਹੈ। ਚੜ ਕਰ ਵਿੱਚ ਰਹਿ ਇੱਕ ਸਮਾਵਨੀ ਹਰਤ ਦੂਰ ਬਾਤੀ ਦੁਤ ਰਵਣੀ। ਔਰ ਸਤਿਗੁਰੂ ਪਾਤਸ਼ਾਹ ਜੀ ਆਪਣੇ ਘੋੜੇ ਤੇ ਸਵਾਰ ਹੋ ਕਰਕੇ ਇਸ ਮਨੋਰੰਜਨ ਮਨਮੋਹਕ ਇਲਾਕੇ ਦਾ ਆਨੰਦ ਮਾਣ ਰਹੇ ਹਨ। ਦੂਰਬਾ ਕਹਿੰਦੇ ਆ ਘਾਹ ਨੂੰ, ਬੜਾ ਹਰਾ ਹਰਾ ਘਾਹ ਹੈ ਕਿਨਾਰੇ ਤੇ, ਬੜੀ ਰਮਣੀਕ ਜਗ੍ਹਾ ਹੈ, ਬੜੀ ਸੁੰਦਰ ਹੈ। ਸ਼ਾਹੋ ਬਹਾਦਰ ਚੜ ਪ੍ਰਸਥਾਨਾ ਦੇਸ਼ਨ ਸਬਨ ਮਨਾਵਤ ਆਨਾ। ਔਰ ਬਹਾਦਰ ਸ਼ਾਹ ਜਿਹੜਾ ਹੈ ਇਹ ਸੰਸਾਰ ਦੇ ਮਾਰਵਾੜ ਦੇ ਇਲਾਕੇ ਦੇ ਰਾਜਿਆਂ ਨੂੰ ਆਪਣੇ ਅੰਡਰ ਕਰਦਾ ਹੋਇਆ, ਆਪਣੀ ਆਣ ਮਨਾਉਂਦਾ ਹੋਇਆ ਤੁਰਿਆ ਜਾ ਰਿਹਾ ਹੈ। ਏਤਕ ਦਿਓਸ਼ ਪ੍ਰਭੂ ਤੈ ਰਹੇ ਕਬ ਸੰਤੋਖ ਸਿੰਘ ਜਸ ਕੋ ਕਹੇ। ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ ਕਈ ਦਿਨ ਸਤਿਗੁਰਾਂ ਨੇ ਇਸ ਇਲਾਕੇ ਵਿੱਚ ਰੁਕਣਾ ਕੀਤਾ ਹੈ ਦੋਹਰਾ। ਸ਼ਾਹੋ ਬਹਾਦਰ ਚੜ ਗਿਓ ਦਕਸ਼ਨ ਦੇਸ਼ ਮਜਾਰ। ਔਰ ਇਥੋਂ ਬਹਾਦਰ ਸ਼ਾਹ ਜਿਹੜਾ ਦੱਖਣ ਦੇ ਇਲਾਕੇ ਵੱਲ ਚੱਲਿਆ, ਜਿੱਥੋਂ ਦੇ ਰਾਜੇ ਬੜੇ ਹੀ ਆਕੀ ਹੋਏ ਸਨ, ਜਿਨ੍ਹਾਂ ਦਾ ਨਾਲ ਲੜਾਈ ਕਰਦਾ ਹੋਇਆ ਔਰੰਗਜ਼ੇਬ ਵੀ ਹਾਰ ਗਿਆ ਸੀ, ਥੱਕ ਗਿਆ ਸੀ। ਬਹਾਦਰ ਸ਼ਾਹ ਹੁਣ ਉਹਨਾਂ ਰਾਜਿਆਂ ਨੂੰ ਆਪਣੇ ਅੰਡਰ ਕਰਨ ਵਾਸਤੇ ਚੱਲਿਆ। ਜਹਾਂ ਜੰਗ ਨਰੰਗ ਕਰ ਲੀ ਤਨ ਦੇਸ਼ ਉਦਾਰ। ਜਿੱਥੇ ਨਰੰਗੇ ਨੇ ਜਾ ਕਰਕੇ ਜੰਗ ਕੀਤਾ ਸੀ ਤੇ ਬਹੁਤ ਦੇਸ਼ ਦੇ ਵਿੱਚੋਂ ਧਨ ਪ੍ਰਾਪਤ ਕੀਤਾ ਸੀ। ਚੌਪਈ ਪਿਕ ਸਿਕਨ ਕੋ ਪਾਉ ਮਹਾਨਾ ਹਿਤ ਰਾਖਨ ਬਹੁ ਬਾਰ ਬਕਾਨਾ। ਔਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਬੁਰਹਾਨਪੁਰ ਤੋਂ ਚੱਲਣ ਲੱਗੇ ਨਾ, ਤੇ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਨੂੰ, ਮਹਾਰਾਜ ਰੁਕ ਜਾਓ, ਸਾਡੇ ਕੋਲ ਕੁਝ ਸਮਾਂ ਰਹਿਣਾ ਕਰੋ। ਤਿਨ ਕੀ ਸੁਨ ਕੇ ਸ਼੍ਰੀ ਪ੍ਰਭ ਬੇਨਤੀ ਪੁਰ ਬੁਰਹਾਨ ਸੇ ਬਸੇ ਤਜ ਗਿਣਤੀ। ਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੀ ਬੇਨਤੀ ਸੁਣ ਕਰਕੇ ਹੁਣ ਉਹਨਾਂ ਦਾ ਮਨ ਰੱਖਣ ਦੇ ਵਾਸਤੇ ਬੁਰਹਾਨਪੁਰ ਦੇ ਵਿੱਚ ਕੁਝ ਦਿਨ ਹੋਰ ਰੁਕਣਾ ਕੀਤਾ ਹੈ। ਦਿਨ ਪ੍ਰਤ ਸੇਵਾ ਕਰੇ ਕਨੇਰੀ ਦਰਸ਼ਨ ਪਿਖੇ ਜਾਏ ਜੁਗ ਬੇਰੀ। ਔਰ ਬੁਰਹਾਨਪੁਰ ਦੇ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਹੈ ਸਤਿਗੁਰਾਂ ਦਾ ਬੜਾ ਹੀ ਸੇਵਾ ਭਾਵਨਾ ਦੇ ਨਾਲ ਸੇਵਾ ਕਰਦੀਆਂ। ਦਿਨ ਪ੍ਰਤੀ ਰੋਜ਼ਾਨਾ ਸੁਬਹ ਸ਼ਾਮ ਦੋਏ ਟਾਈਮ ਦਰਸ਼ਨ ਕਰਦੇ ਹਨ। ਬੜੀਆਰ ਬਲ ਸਾਧੂ ਏਕ ਬਸੇ ਨਗਰ ਮੇ ਸਹਿਤ ਬਬੇਕ। ਔਰ ਇਸ ਬੁਰਹਾਨਪੁਰ ਦੇ ਵਿੱਚ ਇੱਕ ਵੱਡੀ ਉਮਰ ਦਾ ਸਾਧੂ ਰਹਿੰਦਾ ਸੀ, ਗਿਆਨਵਾਨ। ਗੋਰੇ ਆਗਵਾਨ ਸੁਣਿਓ ਤਿਸ ਕਾਨ ਅੰਮ੍ਰਿਤ ਦਿਓ ਮਨੋ ਕਿਨ ਕਾਨ। ਔਰ ਜਦੋਂ ਇਹ ਸਾਧੂ ਨੂੰ ਪਤਾ ਲੱਗਿਆ ਵੀ ਇੱਥੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਆਏ ਨੇ, ਤੇ ਇੰਨੀ ਖੁਸ਼ੀ ਹੋਈ ਜਿਵੇਂ ਕਿਸੇ ਨੇ ਉਹਦੇ ਕੰਨਾਂ ਵਿੱਚ ਘੋਲ ਕੇ ਅੰਮ੍ਰਿਤ ਪਾਤਾ ਹੋਵੇ। ਤੁਰਤ ਉਠਿਓ ਦਰਸ਼ਨ ਕੋ ਗਿਓ ਨਦੀ ਤਰ ਗੁਰ ਥਿਰ ਜੈ ਪਿਓ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਇਸ ਨਦੀ ਦੇ ਕਿਨਾਰੇ ਜਿੱਥੇ ਉਤਾਰਾ ਕੀਤਾ ਉੱਚੇ ਥਾਂ ਤੇ ਦਰਖਤ ਦੇ ਹੇਠਾਂ, ਇਹ ਤੁਰੰਤ ਸਾਧੂ ਉੱਥੇ ਜਾ ਕੇ ਦਰਸ਼ਨ ਕਰਦਾ ਹੈ। ਸਭਾ ਮਝਾਰ ਸੁਹਾਵਤ ਐਸੀ ਕਰ ਸ਼ਿੰਗਾਰ ਧਨਾ ਤਿਪ ਜੈਸੀ। ਔਰ ਸਭਾ ਦੇ ਵਿੱਚ ਜਾ ਕਰਕੇ ਇਹ ਦਰਸ਼ਨ ਕਰਦਾ ਹੈ। ਸਤਿਗੁਰੂ ਜੀ ਸ਼ੋਭਦੇ ਹਨ, ਮਾਨੋ ਸ਼ਿੰਗਾਰ ਕਰਕੇ ਕੁਬੇਰ ਬੈਠਾ ਹੋਵੇ। ਧਨਾ ਅਧਪਤੀ ਭਾਵ ਧਨ ਦਾ ਜਿਹੜਾ ਮਾਲਕ ਹੈ ਉਹ ਕੁਬੇਰ ਨੂੰ ਕਹਿੰਦੇ ਆ, ਤੇ ਸਤਿਗੁਰੂ ਪਾਤਸ਼ਾਹ ਦਾ ਸਾਰਿਆਂ ਦੇ ਮਾਲਕ ਹੈ। ਭਾਵ ਚਾਰ ਚੁਫੇਰੇ ਫੌਜਾਂ ਬੈਠੀਆਂ, ਸਿੰਘ ਬੈਠੇ ਆ, ਸੰਗਤ ਬੈਠੀ ਹੈ, ਤੇ ਵਿਚਾਲੇ ਸਤਿਗੁਰੂ ਸ਼ੋਭਦੇ ਹਨ। ਏਰ ਦੂਰ ਤੇ ਪ੍ਰੇਮ ਪਰਫੁੱਲਾ ਮਨੋ ਅਮਲ ਤੇ ਅਮਲੀ ਝੂਲਾ। ਔਰ ਦੂਰੋਂ ਹੀ ਦੇਖ ਕਰਕੇ ਸਾਧੂ ਨੂੰ ਬੜਾ ਚਾਅ ਚੜ ਗਿਆ, ਜਿਵੇਂ ਕਿਸੇ ਅਮਲੀ ਨੇ ਅਮਲ ਲੈ ਲਿਆ ਹੋਵੇ ਤੇ ਅਮਲ ਦੇ ਨਸ਼ੇ ਵਿੱਚ ਝੁਲਦਾ ਹੋਵੇ। ਇੰਨਾ ਨਸ਼ਾ ਇਸ ਨੂੰ
ਚੜ ਗਿਆ ਸਤਿਗੁਰਾਂ ਦੇ ਦਰਸ਼ਨਾਂ ਦਾ। ਰੀਤੇ ਆਨੰਦ ਉਮੰਗਤ ਜੋਵਾ ਰੋਮਾਂਚਤ ਸਾਧੂ ਤਨ ਹੋਵਾ। ਔਰ ਗੁਰੂ ਪਿਆਰਿਓ, ਹਿਰਦੈ ਆਨੰਦ ਉਮੰਗਤ ਜੋਵਾ, ਹਿਰਦੇ ਦੇ ਵਿੱਚ ਆਨੰਦ ਨਾਲ ਬੜੀ ਉਮੰਗ ਲਹਿਰ ਦੌੜ ਗਈ ਹੈ, ਲਹਿਰਾਂ ਚੱਲ ਪਈਆਂ ਆਨੰਦ ਦੀਆਂ। ਰੋਮਾਂਚਤ ਸਾਧੂ ਤਨ ਹੋਵਾ, ਰੋਮਾਂਚਤ ਦਾ ਮਤਲਬ ਹੁੰਦਾ ਹੈ ਬਹੁਤ ਖੁਸ਼ੀ ਹੋਣੀ ਤੇ ਇਹ ਰੋਮ ਇੱਕਦਮ ਖੜੇ ਹੋ ਜਾਂਦੇ ਹਨ। ਸਰੀਰ ਦੇ ਰੋਮ ਰੋਮ ਉਸ ਦੇ ਖੜੇ ਹੋ ਗਏ, ਭਾਵ ਖੁਸ਼ ਇੰਨਾ ਹੋ ਗਿਆ ਉਹ। ਨੀਠ ਨੀਠ ਪਾਇਨ ਕਹੁ ਡਾਲਤ ਡਗਮਗਾਤ ਡੋਲਤ ਦ੍ਰਿਗ ਚਾਲਤ। ਤੇ ਜਦੋਂ ਖੁਸ਼ੀ ਹੋ ਗਈ ਫਿਰ ਦੇਖਤੇ ਹੀ ਦਰਸ਼ਨ, ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਗਿਆਨ में ना ਗਿਆਨ ਰਹਿਓ, ਧਿਆਨ में ना ਧਿਆਨ ਹੈ। ਦੂਰੋਂ ਦੇਖ ਕੇ ਸਤਿਗੁਰਾਂ ਨੂੰ ਇੰਨਾ ਚਾਅ ਚੜ ਗਿਆ ਇਸ ਨੂੰ ਕਿ ਜਿਵੇਂ ਕੋਈ ਬਹੁਤ ਵੱਡਾ ਨਸ਼ਾ ਖਾ ਕੇ ਬੰਦਾ ਡੋਲਦਾ ਹੋਵੇ, ਇੰਨਾ ਇਹਨੂੰ ਆਨੰਦ ਆ ਗਿਆ। ਪੈਰ ਟਿਕਦੇ ਨਹੀਂ, ਉਗੜ ਦੁਗੜੇ ਪੈਰ ਡਿੱਗਦੇ ਹਨ, ਡਿੱਗਦਾ ਤੁਰਿਆ ਜਾ ਰਿਹਾ ਸਤਿਗੁਰਾਂ ਦੇ ਵੱਲ ਬੜੀ ਤੇਜ਼ੀ ਦੇ ਨਾਲ। ਨੀਠ ਨੀਠ ਮਸਾਂ ਮਸਾਂ ਪੈਰਾਂ ਨੂੰ ਟਿਕਾਉਂਦਾ ਹੋਇਆ, ਡਗਮਗਾਉਂਦਾ ਹੋਇਆ, ਖੁਸ਼ੀ ਵੀ ਇੰਨੀ ਚੜ੍ਹ ਗਈ ਹੈ। ਦ੍ਰਿਗ ਚਾਲਤ, ਇਸ ਤਰ੍ਹਾਂ ਅੱਖਾਂ ਦੇ ਵਿੱਚੋਂ ਅਥਰੂ ਚੱਲ ਪਏ। ਪਤਾ ਨਹੀਂ ਕਿੰਨੇ ਸਮੇਂ ਦਾ ਇਹ ਉਡੀਕਦਾ ਹੋਵੇਗਾ ਤੇ ਆ ਸਤਿਗੁਰਾਂ ਨੇ ਸ਼ਾਇਦ ਇਹ ਸਾਧੂ ਦੀ ਭਾਵਨਾ ਪੂਰੀ ਕਰਨ ਵਾਸਤੇ ਇੱਧਰ ਚਰਨ ਪਾਏ ਹਨ। ਅੱਖਾਂ ਦੇ ਵਿੱਚੋਂ ਪਾਣੀ ਵਹਿ ਤੁਰਿਆ ਖੁਸ਼ੀ ਦੇ ਨਾਲ, ਗਲਾ ਭਰ ਗਿਆ ਹੈ, ਬੋਲਿਆ ਨਹੀਂ ਜਾਂਦਾ। ਡਗਮਗਾਉਂਦਾ ਹੋਇਆ ਸਾਹਮਣੇ ਪਹੁੰਚਿਆ। ਬੰਦਨ ਹੀਰ ਦੂਰ ਹੀ ਰਹਿਓ ਪਰਿਓ ਪ੍ਰੀਤੀ ਪਰ ਜਨ ਪਗ ਗਹਿਓ। ਔਰ ਗੁਰੂ ਪਿਆਰਿਓ, ਨਮਸਕਾਰ ਕਰਨ ਦੇ ਲਈ ਪਾਤਸ਼ਾਹ ਦੇ ਵੱਲ ਜਾ ਤਾਂ ਰਿਹਾ, ਪਰ ਥੋੜਾ ਦੂਰੀ ਤੇ ਹੀ ਲੰਬਾ ਪੈ ਗਿਆ, ਡਿੱਗ ਪਿਆ। ਡਿੱਗਿਆ ਮਤਲਬ ਉੱਦਾਂ ਬੇਸੁੱਧ ਨਹੀਂ ਹੈ, ਪਰ ਇੱਕ ਪਾਤਸ਼ਾਹ ਜੀ ਦੀ ਸੁੱਧ ਹੈ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਡੰਡੌਤ ਬੰਦਨਾ ਵਿੱਚ ਲੰਬਾ ਪੈ ਗਿਆ। ਅਣਕ ਬਾਰ ਡੰਡੌਤ ਬੰਦਨਾ ਸਰਬ ਕਲਾ ਸਮਰੱਥ, ਡੰਡੌਤ ਬੰਦਨਾ ਅਣਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੰਡੌਤ ਵੀ ਇੱਕ ਨਮਸਕਾਰ ਹੈ, ਡੰਡੇ ਦੀ ਤਰ੍ਹਾਂ ਲੰਬੇ ਪੈ ਜਾਣਾ ਸਤਿਗੁਰ ਦੇ ਚਰਨਾਂ ਵਿੱਚ। ਇਸ ਤਰ੍ਹਾਂ ਇਹ ਡੰਡੌਤ ਕਰਦਾ ਹੋਇਆ ਧਰਤੀ ਦੇ ਉੱਤੇ ਲੰਬਾ ਪੈ ਗਿਆ ਸਤਿਗੁਰਾਂ ਦੇ ਚਰਨਾਂ ਤੋਂ ਥੋੜ੍ਹੀ ਦੂਰੀ ਤੇ। ਗਾਹਾਂ ਤੁਰਿਆ ਹੀ ਨਹੀਂ ਗਿਆ, ਜਿਵੇਂ ਕਿਸੇ ਨੇ ਪੈਰ ਹੀ ਫੜ ਲਏ ਹੋਣ। ਪ੍ਰੇਮ ਅਧਿਕਤਾ ਤਿਸ ਗੁਰ ਹੇਰੀ ਤੂਰਨ ਉਠਤ ਭੈ ਤਿਸ ਬੇਰੀ। ਤੇ ਸਤਿਗੁਰੂ ਵੀ ਜਾਨੀ ਜਾਨ ਹੈ, ਇਹਦੇ ਪ੍ਰੇਮ ਨੂੰ ਭਾਂਪਦੇ ਹਨ ਤੇ ਸਤਿਗੁਰੂ ਵੀ ਇੱਕਦਮ ਆਸਣ ਤੋਂ ਉੱਠ ਕੇ ਇਹ ਸਾਧ ਰਾਮ ਦੇ ਕੋਲ ਆਉਂਦੇ ਆ। ਜਿਵੇਂ ਕੋਈ ਬੱਚਾ ਛੋਟਾ ਰਸਤੇ ਵਿੱਚ ਕਿਤੇ ਡਿੱਗ ਪਵੇ, ਰੋਣ ਲੱਗ ਪਵੇ ਤੇ ਫਿਰ ਮਾਂ ਹੱਥ ਦਾ ਕੰਮ ਛੱਡ ਕੇ ਭੱਜਦੀ ਹੈ, ਬੱਚੇ ਨੂੰ ਚੱਕ ਕੇ ਗੋਦ ਲੈਂਦੀ ਹੈ, ਗਲੇ ਲਾਉਂਦੀ ਹੈ, ਥੱਪ ਥਪਾਉਂਦੀ ਹੈ, ਉਸ ਨੂੰ ਰੋਣ ਤੋਂ ਬੁਲਾਉਂਦੀ ਹੈ। ਪਰ ਇਹਦੇ ਅੰਦਰ ਇੱਕ ਬਰਾਗ ਆ ਗਿਆ। ਉਸ ਬਰਾਗ ਦੇ ਕਾਰਨ ਦੇਖੋ ਸਤਿਗੁਰਾਂ ਦੇ ਕੋਲ ਪਹੁੰਚ ਵੀ ਨਹੀਂ ਸਕਿਆ। ਸਤਿਗੁਰਾਂ ਤੋਂ 2 ਕਦਮ 4 ਕਦਮ ਇਹ ਪਿੱਛੇ ਹੀ ਡਿੱਗ ਪਿਆ, ਲੰਬਾ ਡੰਡੌਤ ਬੰਧਨਾਂ ਵਿੱਚ ਪੈ ਗਿਆ। ਔਰ ਇਹਦੇ ਪ੍ਰੇਮ ਨੂੰ ਸਤਿਗੁਰਾਂ ਨੇ ਜੱਜਮੈਂਟ ਕੀਤਾ ਹੈ ਔਰ ਉੱਠ ਕਰਕੇ ਪਾਤਸ਼ਾਹ ਆਸਣ ਤੋਂ ਇਹਦੇ ਕੋਲ ਜਾਂਦੇ ਹਨ। ਕੈ ਪੁਜ ਬਲ ਤੇ ਤੁਰਤ ਉਠਾਇਓ ਅਦਕ ਸਖਾ ਲਖ ਗਰੇ ਲਗਾਇਓ। ਔਰ ਬਾਂਹ ਤੋਂ ਫੜ ਕੇ ਇਹ ਸਾਧ ਰਾਮ ਨੂੰ ਖੜਾ ਕੀਤਾ ਹੈ ਤੇ ਖੜਾ ਕਰਨ ਤੋਂ ਬਾਅਦ ਇੰਨੇ ਪਿਆਰ ਨਾਲ ਜੱਫੀ ਵੀ ਚਲਿਆ, ਗਲੇ ਨਾਲ ਘੁੱਟ ਕੇ ਲਾਇਆ ਜਿਵੇਂ ਕੋਈ ਪੁਰਾਣਾ ਮਿੱਤਰ ਮਿਲਿਆ ਹੋਵੇ। ਇਹ 'ਚ ਕੋਈ ਸ਼ੱਕ ਨਹੀਂ ਹੈ, ਸਤਿਗੁਰੂ ਜਾਣਦਾ ਕੌਣ ਹੈ ਰੂਹ ਇਹ। ਇਸ ਕਰਕੇ ਜਿਵੇਂ ਕਿਸੇ ਵੇਲੇ ਸੁਦਾਮਾ ਜੀ ਕ੍ਰਿਸ਼ਨ ਨੂੰ ਮਿਲਣ ਵਾਸਤੇ ਜਾਂਦੇ ਹੈ ਤੇ ਕ੍ਰਿਸ਼ਨ ਜੀ ਦੇ ਜਿਹੜੇ ਮਹਿਲਾਂ ਦੇ ਬਾਹਰ ਪਹਿਰੇਦਾਰ ਖੜੇ ਆ ਤੇ ਹਾਲਤ ਇਸ ਦੀ ਤੁਰ ਕੇ ਜਾਣ ਕਰਕੇ ਐਸੀ ਹੋ ਗਈ, ਕੱਪੜੇ ਵੀ ਮੈਲੇ ਹੋ ਗਏ ਗੁਰੂ ਪਿਆਰਿਓ, ਪੈਰਾਂ ਦੇ ਵਿੱਚ ਜੁੱਤੀ ਵੀ ਨਹੀਂ ਹੈ, ਛਾਲੇ ਹਨ, ਕੰਡੇ ਵੱਜੇ ਹੈ, ਪੈਰਾਂ 'ਚ ਠੇਡੇ ਵੱਜ ਕੇ ਖੂਨ ਵੀ ਸਿਮਦਾ, ਗਰੀਬੀ ਵੀ ਘਰੇ ਬੜੀ ਸੀ। ਜਦੋਂ ਕ੍ਰਿਸ਼ਨ ਜੀ ਦੇ ਦਵਾਰਕਾਪੁਰੀ ਮਹਿਲਾਂ ਦੇ ਗੇਟ ਤੇ ਪਹੁੰਚਦੇ ਆਏ ਤੇ ਪਹਿਰੇਦਾਰਾਂ ਨੂੰ ਕਹਿੰਦੇ ਮੈਂ ਕ੍ਰਿਸ਼ਨ ਜੀ ਨੂੰ ਮਿਲਣਾ। ਉਹ ਕਹਿੰਦੇ ਤੂੰ ਕੌਣ ਹੈ? ਕਹਿੰਦਾ ਮੈਂ ਉਹਦਾ ਮਿੱਤਰ ਹਾਂ। ਕਹਿੰਦੇ ਤੇਰੇ ਵਰਗੇ ਮਿੱਤਰ ਕ੍ਰਿਸ਼ਨ ਦੇ ਹੋਣਗੇ? ਕਿਉਂ? ਕਹਿੰਦੇ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ, ਰਿਸ਼ੀ ਦੇ ਕੋਲ ਅਸੀਂ ਇਕੱਠਿਆਂ ਨੇ ਪੜ੍ਹਾਈ ਕੀਤੀ ਹੈ ਗੁਰਮਤਿ ਦੀ। ਉਹ ਕਹਿੰਦੇ ਬੈਠਾ ਰਹਿ, ਤੂੰ ਮੰਗਤਾ ਹੋਏਗਾ ਕੋਈ? ਕਹਿੰਦਾ ਹਾਂ ਤਾਂ ਮੈਂ ਮੰਗਤਾ ਹੀ, ਪਰ ਮੈਂ ਕ੍ਰਿਸ਼ਨ ਦਾ ਮਿੱਤਰ ਵੀ ਹਾਂ। ਤਾਂ ਗੁਰੂ ਪਿਆਰਿਓ 2-3 ਪਹਿਰੇਦਾਰ ਖੜੇ ਆ, ਸਾਰੇ ਝੜਕ ਰਹੇ ਆ। ਵਿੱਚੋਂ ਇੱਕ ਸਿਆਣਾ ਕਹਿੰਦਾ ਯਾਰ ਇਹਨੂੰ ਨਾਮ ਤਾਂ ਪੁੱਛ ਲਓ, ਕੀ ਆਪਾਂ ਜਾ ਕੇ ਦੱਸ ਦਿਓ ਮਾੜਾ ਜਿਹਾ, ਕੀ ਪਤਾ ਕੋਈ ਪੁਰਾਣਾ ਮਿੱਤਰ ਹੋਵੇ।
वो कहन लग्या मेरा नाम सुदामा है, तो उन्होंने कह दो जाके कृष्ण जी को सुदामा तुहानू मिलने वास्ते आया। एक सिपाही अंदर गया पहरेदार, कृष्ण जी अंदर बैठे अपने परिवार दे विच रुक्मणी राधा आदि रानियां बैठियां, तो जाके पहरेदार कहना जी बाहर तुहानू कोई मिलन आया, बड़ी बुरी हालत है, कपड़े फटे हुए है, चादर दी धोती दी तेड़ बनी हुई है, गलातरी मारी है, पैर सुजे पे न। मेरा ख्याल है मैं ज़्यादा बोल गया। सुदामा सुनदियां ही कृष्ण अंदरों उठ के भज ले। को सतनाम सी। जिस वेले पहरेदार ने सिपाही ने कहा भी सुदामा नाम दसदा है अपना, कहते कृष्ण जी भी इन्ने प्यार दे विच अंदरों उठ के भजे भी उन्होंने ना तो सिर ते अपना ताज रखिया, ना उन्होंने परना चक्या, मोढे तो भजदे भजदे परना भी डिग पिया, ते नंगे पैरी अंदरों भज के गेट ते पहुँचे। तो पहुँचदियाँ ही कृष्ण जी सुदामे नूं देख के पहला तो उत्थे गलवकड़ी च लैके ते किन्ना चिर चुप करके दोने खड़े रहे। कृष्ण जी का भी गला भर गया तो गुरु प्यारो सुदामे का भी भर गया, किन्ना चिर तो उन्होंने तो गल ही नहीं हुई। को सतनाम। फिर हाथ च हाथ फड़ के अंदर लै गए कृष्ण जी। फिर पहरेदार हैरान होंदी है, यार कहती एक ऐसा मित्र है कृष्ण जी का, ये राजे द्वारकापुरी के राजे ते एक ऐसी हालत। अंदर चले गए। अंदर जा करके गुरु प्यारे जिथे रानियां बैठियां अपने आसन ते ले जाके प्यार नाल सुदामा जी नूं बिठाया। रुक्मणी नूं कहंदे जां सेवादार नूं कहंदे भी पानी गर्म करो। पानी गर्म करके उहदे पैरां कोले धर के उहदे गर्म पानी नाल पैरां दी सोज लाउण वास्ते पैर धोते ते नाले अखां 'चों हंझू डेग रहे आ, क्योंकि कृष्ण जी एक पुरानी घटना नूं जाणदे आ भी ये गरीबी आई क्यों है। को सतनाम। कृष्ण जी भी बराग दे विच चले गए ते रानियां भी हैरान है भी जिहदे पैर धोण नूं असीं साडे किन्ने सेवादार नौकर चाकर फिरदे आ, वो अज इस गरीब जे ब्राह्मण दे पैर धो रहे आ, कौन है ये। उन्होंने पैर पूर धो के हथ मूँह धवा के उन्होंने पलंगे ते बिठा लिया। तो फिर प्रशादा तैयार हो गया तो प्रशादे का थाल लाता, हुण किहड़ा खावे तो किहड़ा छड्डे, किधरे खीर ते किधरे प्रशाद ते किधरे दालां सब्जियां, लोड़ मुताबक छकिया। फिर कृष्ण जी अपने पैतरे ते आ गए, कहने हाँ फिर मित्रा भरजाई ने मेरे वास्ते की भेजिया घरों। को सतनाम। आपां कुछ ना कुछ लैके जाने ना खाण वास्ते, रिश्तेदारी जाइए तो अक्सर ये दोस्त मित्र है तो कहते ਉਹਦੇ परने दे विच चौल कुट के बने हुए सी सत्तू बना के, तो ये लुकाउण लगे आ सुदामा कहते। तो कृष्ण जी ने भज के हथ मन के उसका हथ फड़ के ते खोह लिया, कहते विखा की भेजिया, तू पहला भी ये गलती की हुण दूजी वार ना करी। पहला कदों की जदों ये ऋषि के कोले इकट्ठे पढ़ते सीगे, अजकल तो स्कूल है पर उदों डेरियां विच ही पढ़िया करते सी ते उत्थे इकट्ठे पढ़ते ते डेरे दे विच ही रोटी पानी का इंतजाम भी बच्चे आपे करते। तो इन्हां नूं कहंदे ऋषि जी ने सुदामे नूं छोले फड़ाते भुजे हुए, कहंदे जाओ लकड़ां लियाओ रोटी बनाउण नूं, ते जिसनूं भुख लगी तो छोले चब लिओ तो फिर आपां रोटी बना लांगे। दोने कहंदे लैन चले गए बाजार दे विच अपना जंगलों विचों लकड़ां, ते ठंड का मौसम सीगा ते चादर दी बुक्कल जी मार के आए जे करके ते गीजे जो कढ़ के छोले थले दी चबन लगे अंदर दी। ते कड़क कड़क सुनी तो कृष्ण जी कहंदे की खाना होए, कहंदे की खाना, दंद कड़िक्का बजी जांदा। को सतनाम। कहंदे कोई नहीं फिर दंद कड़िक्का ही बजूगा। ये उदण दे बचन होए सीगे, सार जे बोले सह सुभाए साध का बोलिया बिरथा ना जाए। भाव ये छोले कल्ला ही खा गया तो कृष्ण जी नूं ना दिते, वो बचन उदण का होया सी ते अज फिर वो पोटली सत्तूआं वाली चौलों वाली लुकाउण लग्या। कहंदे तू पहला भी गलती की हुण दुबारे गलती ना कर। कहंदे उरे फड़ा, हाथ विचों कहंदे वो फड़ के सत्तूआं वाली पोटली खोली, वे चौल कुट के सत्तू बनाए हुए है ते बने हुए है चुंड दे नाल चादर दे। ते फिर कहंदे उस दे फक्के मारन लगे ते फक्का मार के कहंदे आह बड़े स्वाद आ। फिर दूजा फक्का मारिया, कहने कहने वाह भाई वाह की पाया इन्हां च बहुत स्वाद है। ते तीजा फक्का फिर कहने जब मारन लगे रुकमणी कहती बस करो जी इन्ना ही बहुत आ। को सतनाम कि हुण सानू भी उत्थे भेजना, क्योंकि नाल दे साथी जानते हुंदे आ की हो रहा है।
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਭਾਈ ਲਾਲੋ ਨੇ ਕੋਹਦੇ ਦੇ ਪ੍ਰਸ਼ਾਦੇ ਲਿਆ ਕੇ ਰੱਖਤੇ, ਤੇ ਮਰਦਾਨਾ ਜੀ ਦੇਖ ਕੇ ਟੇਢੇ ਜਿਹੇ ਝਾਕਣ ਲੱਗੇ ਵੀ ਇਹ ਕਿਵੇਂ ਖਾਵਾਂਗੇ ਏਡੇ ਮੋਟੇ ਮੋਟੇ। ਤੇ ਧੰਨ ਗੁਰੂ ਨਾਨਕ ਮਰਦਾਨਾ ਵੇਖ ਕੇ ਕਹਿੰਦੇ ਝਾਕਦਾ ਕੀ ਹੈ, ਬਹੁਤ ਸਵਾਦ ਹੈ, ਖਾ ਕੇ ਦੇਖ। ਤੇ ਆਪਣੇ ਪ੍ਰਸ਼ਾਦੇ ਨਾਲੋਂ ਬੁਰਕੀ ਤੋੜ ਕੇ ਫੜਾਤੀ, ਕਹਿੰਦੇ ਖਾ। ਤੇ ਖਾ ਕੇ ਮਰਦਾਨਾ ਨੂੰ ਕਹਿੰਦਾ ਜੀ ਸਵਾਦ ਤਾਂ ਬਹੁਤ ਹੈ। ਤੇ ਕਹਿੰਦੇ ਉਹ ਭਾਈ ਲਾਲੋ ਤੂੰ ਇਹਨਾਂ 'ਚ ਕੀ ਪਾ ਕੇ ਲਿਆਇਆ? ਪਰ ਭਾਈ ਲਾਲੋ ਜੀ ਬੜੀ ਗਰੀਬੀ ਦੇ ਨਿਮਰਤਾ ਸਾਥ ਕਹਿੰਦੇ ਆ, ਮਹਾਰਾਜ ਅਸੀਂ ਗਰੀਬਾਂ ਨੇ ਕੀ ਪਾਉਣਾ, ਇਹ ਤਾਂ ਤੁਹਾਡੀ ਵੱਡਿਆਂ ਦੀ ਵਡਿਆਈ ਆ, ਕਹੋ ਸਤਿਨਾਮ। ਉੱਥੇ ਭਾਈ ਲਾਲੋ ਜੀ ਦੇ ਨਾਲ ਵੀ ਐਸੇ ਬਚਨ ਹੋਏ ਸੀ। ਖੈਰ ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਹੈ ਦੋਸਤੀ, ਇਹ ਹੈ ਮਿੱਤਰਤਾ। ਜਿੱਥੇ ਮਿੱਤਰਤਾ ਹੈ ਜਾਂ ਲੱਭ ਤਾਂ ਨੇਹੋ ਕਿਆ, ਲੱਭ ਤਾਂ ਕੂੜਾ ਨੇਹੋ, ਕਿਚਰ ਝੱਤ ਲੰਘਾਈ ਹੈ ਛੱਪਰ ਟੁੱਟੇ ਮੇਹੋ। ਹੁਣ ਜਿਹੜੀ ਟੁੱਟੀ ਛਪੜੀ ਹੋਵੇ, ਛਪਰੀ ਤੇ ਮੀਂਹ ਪੈਂਦਾ ਹੋਵੇ ਤੇ ਉਹ 'ਚ ਕਿੰਨਾ ਕੁ ਚਿਰ ਖੜ ਸਕਦੇ ਆ। ਇਸੇ ਤਰ੍ਹਾਂ ਜਿੱਥੇ ਪ੍ਰੇਮ ਹੈ ਜੀ ਉੱਥੇ ਲਾਲਚ ਆ ਗਿਆ ਨਾ, ਉਹ ਪ੍ਰੇਮ ਬਾਹਲਾ ਚਿਰ ਨਹੀਂ ਨਿਭਦਾ, ਕਹੋ ਸਤਿਨਾਮ ਸੀ। ਬਾਬਾ ਭਗਤ ਜੀ ਦਾ ਇਹ ਬਚਨ ਹੈ, ਜਾਂ ਲੱਭ ਤਾਂ ਨੇਹੋ ਕਿਆ, ਲੱਭ ਤਾਂ ਕੂੜਾ ਨੇਹੋ, ਕਿਚਰ ਝੱਤ ਲੰਘਾਈ ਹੈ ਛੱਪਰ ਟੁੱਟੇ ਮੇਹੋ। ਤੇ ਇਸ ਤਰ੍ਹਾਂ ਇੱਥੇ ਗੁਰੂ ਪਿਆਰੋ ਨਿਸ਼ਕਾਮ ਭਾਵਨਾ, ਨਿਸ਼ਕਾਮ ਪ੍ਰੇਮ ਹੈ। ਸਾਧ ਰਾਮ ਦੇ ਅੰਦਰ ਦਾ ਬਰਾਗ ਹੈ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਫੀਲ ਕੀਤਾ, ਔਰ ਆਪਣੇ ਆਸਣ ਤੋਂ ਉੱਠ ਕੇ ਆਪ ਜਾ ਕਰਕੇ ਸਾਧ ਰਾਮ ਨੂੰ ਖੜਾ ਕਰਦੇ ਹਨ, ਬਾਹੋਂ ਫੜ ਕੇ ਤੇ ਫਿਰ ਗਲੇ ਨਾਲ ਲਾਉਂਦੇ। ਇੱਕ ਛੋਟੀ ਜਿਹੀ ਕਹਾਣੀ ਹੋਰ ਯਾਦ ਆ ਗਈ। ਕਿਤੇ ਗੱਲਾਂ ਚੱਲਦੀਆਂ ਚੱਲਦੀਆਂ ਵੀਰਵਾਲ ਨੇ ਕਹਿਤਾ ਕਿ ਪਰਮੇਸ਼ਰ ਆਪਣੇ ਭਗਤਾਂ ਦੇ ਵਾਸਤੇ ਆਪ ਆਉਂਦਾ। ਤੇ ਅਕਬਰ ਕਹਿਣ ਲੱਗਿਆ ਵੀ ਐਡੀ ਕੀ ਲੋੜ ਆ ਆਪ ਆਉਣ ਦੀ, ਉਹਦੇ ਬਥੇਰੇ ਕਰਿੰਦੇ ਦੁਨੀਆ ਵਿੱਚ ਹੈਗੇ ਆ। ਕਹਿੰਦੇ ਉਹ ਵੀ ਹੈਗੇ ਆ, ਪਰ ਜਦੋਂ ਭਗਤਾਂ ਦੇ ਭੀੜ ਪੈਂਦੀ ਆਪ ਹੀ ਆਉਂਦਾ। ਉਹ ਫਿਰ ਕਿਸੇ ਨੂੰ ਉਡੀਕਦਾ ਨਹੀਂ। ਉਹ ਕਹਿੰਦਾ ਤਜਰਬਾ ਕਰਾ, ਕਹਿੰਦੇ ਕੋਈ ਨਹੀਂ ਕਦੇ ਕਰਾ ਦੇਵਾਂਗੇ। ਤੜਕੇ ਤੜਕੇ ਰਾਜਾ ਨਦੀ ਦੇ ਕਿਨਾਰੇ ਸੈਰ ਕਰਦਾ। ਉਹਦਾ ਇੱਕ ਛੋਟਾ ਜਿਹਾ ਬੱਚਾ ਹੈ। ਨੌਕਰਾਣੀ ਤੜਕੇ ਤੜਕੇ ਉਹ ਬੱਚੇ ਨੂੰ ਖਿਡਾਉਣ ਵਾਸਤੇ ਨਦੀ ਦੇ ਕਿਨਾਰੇ ਲੈ ਕੇ ਜਾਂਦੀ ਆ। ਤੇ ਰਾਜਾ ਹੁਣ ਤੜਕੇ ਤੜਕੇ ਥੋੜਾ ਸਮਾਂ ਕੱਢਦਾ, ਬੱਚੇ ਨੂੰ ਪਿਆਰ ਕਰਨ ਲਈ ਪਕੜਦਾ ਔਰ ਉਸ ਨੂੰ ਆਪਣੀ ਗੋਦ ਵਿੱਚ ਲੈਂਦਾ ਹੈ। ਤੇ ਇੱਕ ਦਿਨ ਵੀਰਵਾਲ ਉਹਨੂੰ ਕਹਿੰਦਾ ਵੀ ਐਦਾਂ ਕਰੀ, ਅੱਜ ਬੱਚਾ ਨਾ ਲੈ ਕੇ ਜਾਈ ਘਰੋਂ, ਜਿਹੜਾ ਪਲਾਸਟਿਕ ਦਾ ਖੇਡਣਾ ਜਾਂ ਬੱਚਾ ਲੈ ਜੀ, ਤੌਲੀਏ ਵਿੱਚ ਲਪੇਟ ਕੇ ਉੱਡਾ ਕੇ ਲਿਆ ਕੇ ਦੇਤਾ ਉਹਨੂੰ। ਤੇ ਜਦੋਂ ਰਾਜਾ ਤੇ ਇੱਥੋਂ ਫੜਨ ਲੱਗੇ ਨਾ, ਬੋਝ ਕੇ ਫੜਾਉਂਦੀ ਫੜਾਉਂਦੀ ਨਦੀ ਵਿੱਚ ਸਿੱਟਦੀ। ਕਹਿਣ ਲੱਗੀ ਕੀ ਗੱਲ ਹੈ? ਬਸ ਕਹਿੰਦੇ ਗੱਲ ਤੈਨੂੰ ਬਾਅਦ 'ਚ ਦੱਸਾਂਗੇ। ਤਾਂ ਗੁਰੂ ਪਿਆਰੇ ਉਸੇ ਤਰ੍ਹਾਂ ਕੀਤਾ, ਉਹੀ ਬੱਚੇ ਵਾਲੇ ਕੱਪੜੇ ਪਾ ਲਏ, ਉਹੀ ਤੌਲੀਏ 'ਚ ਲਪੇਟਿਆ ਉਹ, ਪਰ ਖੜਾਉਂਦੀ ਫਿਰਦੀ ਆ। ਉੱਥੇ ਰਾਜਾ ਆ ਗਿਆ, ਜੋਨੇ ਤਰ੍ਹਾਂ ਫੜਨ ਲੱਗਿਆ ਬੱਚੇ ਨੂੰ, ਤੇ ਉਹ ਕੰਮ ਦੇ ਹੱਥਾਂ ਨਾਲ ਬੀਬੀ ਨੇ ਫੜਾਉਂਦਿਆਂ ਹੱਥ ਉਹਦੇ ਉਲਟਾ ਦੇ, ਤੇ ਉਹ ਜਾ ਕੇ ਨਦੀ ਡਿੱਗਿਆ। ਤੇ ਰਾਜੇ ਨੇ ਲੈਂਦੇ ਨੇ ਛਾਲ ਮਾਰੀ ਵਿੱਚ। ਹਾਲਾਂਕਿ ਕੋਲੇ ਵੀਰਵਾਲ ਵੀ ਖੜਾ, ਹੋਰ ਵੀ ਨੌਕਰ ਚਾਕਰ ਖੜੇ ਆ। ਰਾਜੇ ਨੇ ਛਾਲ ਮਾਰੀ। ਕਹਿੰਦੇ ਇਹ ਕੀ ਕੀਤਾ? ਵੀਰਵਾਲ ਕਹਿਣ ਲੱਗੇ, ਕਹਿੰਦੇ ਬੱਚਾ ਡੁੱਬ ਜਾਂਦਾ। ਕਹਿੰਦੇ ਬਸ ਇਸੇ ਤਰ੍ਹਾਂ ਹੀ ਪਰਮੇਸ਼ਰ ਕਰਦਾ ਹੈ। ਜਦੋਂ ਭਗਤਾਂ ਦੇ ਭੀੜ ਪੈਂਦੀ ਆ, ਹਰ ਜੁਗ ਜੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਇੱਦਾਂ ਹੀ ਕਰਦਾ। ਪਰ ਜਦੋਂ ਅਕਬਰ ਉਹ ਲੈ ਕੇ ਬਾਹਰ ਨਿਕਲਿਆ, ਝੜਕਣ ਜੇ ਲੱਗੇ ਜੇ ਮਰ ਜਾਂਦਾ। ਵੀਰਵਾਲ ਕਹਿੰਦਾ ਮਰਨ ਵਾਲਾ ਹੈ ਨਹੀਂ ਸੀ, ਇਹ ਤਾਂ ਪਲਾਸਟਿਕ ਦਾ ਹੈ। ਤੂੰ ਉਹਦੇ ਪੁੱਛਿਆ ਸੀਗਾ ਨਾ ਵੀ ਭਗਤਾਂ ਵਾਸਤੇ ਪਰਮੇਸ਼ਰ ਕਿਉਂ ਜਾਂਦਾ, ਕਿਸੇ ਨੌਕਰ ਚਾਕਰ ਨੂੰ ਕਿਉਂ ਨਹੀਂ ਭੇਜਦਾ? ਬਸ ਆਹੀ ਗੱਲ ਹੈ। ਤੇਰੇ ਕੋਲ ਅਸੀਂ ਕਿੰਨੇ ਖੜੇ ਸੀਗੇ, ਸਾਨੂੰ ਕਹਿੰਦਾ ਉਦੋਂ ਡੁੱਬ ਜਾਂਦਾ। ਬਸ ਆਹੀ ਗੱਲ ਹੈ। ਪਰਮੇਸ਼ਰ ਭਗਤਾਂ ਦੀ ਰਕਸ਼ਾ ਕਰਦਾ ਜਦੋਂ ਫਿਰ ਕਿਸੇ ਨੂੰ ਦੂਜੇ ਨੂੰ ਸੁਨੇਹਾ ਦੇ ਕੇ ਨਹੀਂ ਭੇਜਦਾ ਵੀ ਜਾਓ ਫੜ ਕੇ ਲਿਆਓ, ਫਿਰ ਆਪ ਹੀ ਪਹੁੰਚਦਾ। ਖੈਰ ਮੇਰੇ ਪ੍ਰੀਤਮ ਦੇ ਕੋਲ ਵੀ ਕਿੰਨੇ ਸਿੰਘ ਬੈਠੇ ਹੋਣਗੇ, ਕਿੰਨੇ ਸੇਵਕ ਬੈਠੇ ਹੋਣਗੇ, ਪਰ ਜਿਸ ਵੇਲੇ ਛਪਾਲ ਇਹ ਸਾਧ ਰਾਮ ਲੰਮਾ ਪੈ ਗਿਆ, ਸਰਵੇ ਚਰਨਾਂ 'ਚ ਡਿੱਗ ਪਿਆ, ਤੇ ਸਤਿਗੁਰੂ ਜੀ ਪਾਤਸ਼ਾਹ ਜੀ ਨੇ ਉੱਠ ਕੇ ਬਾਹੋਂ ਫੜ ਲਿਆ। ਇੱਕ ਹੋਰ ਗੱਲ ਯਾਦ ਆ ਗਈ ਛੋਟੀ ਜੀ। ਸਤਿਗੁਰੂ ਅਮਰਦਾਸ ਮਹਾਰਾਜ ਜੀ ਜੁਲਾਹਿਆਂ ਦੀ ਕਿੱਲੀ ਨਾਲ ਪੈਰ ਅੜਕਿਆ, ਡਿੱਗ ਪਏ। ਤੇ ਅੱਜ ਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗਿਆ ਨਾ, ਜਦੋਂ ਜੁਲਾਹਾ ਆਪਣੀ ਕਮਲੀ ਹੋਈ ਘਰ ਵਾਲੀ ਨੂੰ ਲੈ ਕੇ ਆ ਗਿਆ, ਮਹਾਰਾਜ ਠੀਕ ਕਰੋ, ਕੀ ਹੋ ਗਿਆ ਭਾਈ ਇਹਨੂੰ? ਅੱਜ ਹੀ ਤੁਹਾਡੇ ਸੇਵਕ ਨੇ ਕਹਿਤਾ ਝੱਲੀਏ, ਆਪ ਦਾ ਥਾਂ ਲੱਭ ਲਾ, ਸਾਡਾ ਤਾਂ ਇੰਤਜ਼ਾਮ ਹੋ ਗਿਆ। ਜੋ ਸਾਰੀ ਗੱਲ ਸੁਣਾਈ,
ਕਹਿੰਦੀ ਅਮਰਦਾਸ ਤੂੰ ਡਿੱਗ ਪਿਆ, ਮੈਂ ਤਾਂ ਕਿੱਦੇ ਦਾ ਸੋਚਦਾ ਸੀਗਾ ਤੂੰ ਡਿੱਗੇ ਤੇ ਫਿਰ ਮੈਂ ਤੈਨੂੰ ਚੱਕਾਂ ਬਾਹੋਂ ਫੜ ਕੇ। ਕਹੋ ਸਤਿਨਾਮ। ਮੈਂ ਤਾਂ ਤੈਨੂੰ ਡਿੱਗਣ ਨੂੰ ਉਡੀਕਦਾ ਸੀਗਾ, ਅੱਜ ਤੂੰ ਡਿੱਗਿਆ ਤੇ ਅੱਜ ਮੈਂ ਤੈਨੂੰ ਚੱਕਿਆ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਨੇ ਫਿਰ ਉਹ ਜਲਾਹਿਆਂ ਨੂੰ ਕਿਹਾ ਬਈ ਜੇ ਸਾਧੂ ਦਾ ਬਚਨ ਹੋ ਗਿਆ ਨਾ ਗੁਰੂ ਅਮਰਦਾਸ ਜੀ ਦਾ ਬਈ ਚੱਲੀਏ, ਮੈਨੂੰ ਤਾਂ ਨਥਾਵੇਂ ਨੂੰ ਥਾਂ ਮਿਲ ਗਿਆ, ਤੂੰ ਆਪਦਾ ਇੰਤਜ਼ਾਮ ਕਰ ਲਾ, ਹੁਣ ਉਹ ਘਰ ਸਾਨੂੰ ਦੇ ਦਿਓ, ਤੁਹਾਨੂੰ ਘਰ ਕਿਤੇ ਹੋਰ ਦੇਵਾਂਗੇ ਫਿਰ ਠੀਕ ਹੋਊਗੀ। ਕਹੋ ਸਤਿਨਾਮ। ਇਹ ਬਚਨ ਨਹੀਂ ਹੁਣ ਆਲਾ ਜਾਂਦਾਗਾ। ਉਹਨਾਂ ਜਲਾਹਿਆਂ ਨੂੰ ਕਿਤੇ ਹੋਰ ਥਾਂ ਦਿੱਤਾ ਪਾਤਸ਼ਾਹ ਨੇ ਤੇ ਉਹ ਥਾਂ ਪਾਤਸ਼ਾਹ ਨੇ ਲੈ ਲਿਆ। ਫਿਰ ਉਸ ਸਥਾਨ ਤੇ ਹੀ ਦੂਜੇ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਹੋਇਆ ਸੀ ਜਦੋਂ ਜੋਤੀ ਜੋਤ ਸਮਾਈ ਸੀ ਉਹ। ਖੈਰ ਇਹ ਹੈ ਪ੍ਰੇਮ ਦੀਆਂ ਖੇਡਾਂ ਗੁਰੂ ਪਿਆਰਿਓ। ਜਿਸ ਵੇਲੇ ਕਹਿੰਦੇ ਸਾਧ ਰਾਮ ਲੰਮਾ ਡਿੱਗ ਪਿਆ ਹੈ ਤਾਂ ਪ੍ਰੇਮ ਅਧਿਕਤਾ ਤਿਸ ਗੁਰ ਹੇਰੀ, ਤੂਰਨ ਉਠਤ ਪਏ ਤਿਸ ਬੇਰੀ। ਆਸਣ ਤੋਂ ਉੱਠ ਕੇ ਭੱਜੇ ਤੁਰੰਤ ਔਰ ਬਾਹੋਂ ਫੜ ਕੇ ਸਾਧ ਰਾਮ ਨੂੰ ਖੜਾ ਕੀਤਾ ਰੇ। ਜੈ ਪੁਜ ਬਲ ਤੇ ਤੁਰਤ ਉਠਾਇਓ, ਅਧਿਕ ਸਖਾ ਲਖ ਗਰੇ ਲਗਾਇਓ। ਪਤਾ ਨਹੀਂ ਕਿੱਡਾ ਕੁ ਪਿਆਰਾ ਮਿੱਤਰ ਹੋਵੇਗਾ ਸਤਿਗੁਰੂ ਪਾਤਸ਼ਾਹ ਜੀ ਦਾ। ਗਲੇ ਲਾਇਆ ਹੈ, ਗਲਵਕੜੀ ਚੱਲਿਆ ਆਏ ਸਭਾ ਮੈਂ ਡਿਗ ਬੈਠਾਰਾ, ਕਰ ਆਦਰ ਕੋ ਮ੍ਰਿਦਲ ਉਚਾਰਾ। ਔਰ ਜਿਸ ਆਸਣ ਤੇ ਆਪ ਜੀ ਬੈਠੇ ਨੇ ਆਪਣੇ ਕੋਲ ਸਭਾ ਦੇ ਵਿੱਚ ਆਪਣੇ ਆਸਣ ਦੀ ਸਾਈਡ ਤੇ ਕੋਲ ਬਿਠਾਇਆ ਬੜੇ ਪਿਆਰ ਸਤਿਕਾਰ ਦੇ ਨਾਲ। ਕੁਸ਼ਲ ਸ਼ਰੀਰ ਆਪ ਕਿਆ ਹੈ, ਪ੍ਰੇਮਾ ਭਗਤ ਰੇ ਦਾਦ ਡਲਾਹੇ। ਸਾਧ ਰਾਮ ਜੀ ਠੀਕ ਹੋ, ਕੁਸ਼ਲ ਸੁਖ ਸਾਂਦ ਹੈ। ਤੇਰਾ ਸਰੀਰ ਜਿਹੜਾ ਹੈ ਪ੍ਰੇਮਾ ਭਗਤੀ ਦੇ ਵਿੱਚ ਹਿਰਦਾ ਤਾਂ ਪੱਕ ਗਿਆ। ਸਰੀਰ ਭਾਵੇਂ ਬੁੱਢਾ ਹੋ ਗਿਆ ਪਰ ਹਿਰਦਾ ਜਿਹੜਾ ਹੈ ਪ੍ਰੇਮਾ ਭਗਤੀ ਨਾਲ ਪੱਕ ਚੁੱਕਿਆ ਹੈ। ਕਾਮ ਕ੍ਰੋਧ ਤੇ ਆਦ ਵਿਕਾਰਾ, ਬਿਨਸ ਗਏ ਕਹਿਣਾ ਦੁਖਕਾਰਾ। ਹੁਣ ਕੋਈ ਅੰਦਰੋਂ ਵਿਕਾਰ ਦੁੱਖ ਤਾਂ ਨਹੀਂ ਦਿੰਦਾ ਤੈਨੂੰ, ਕਿਉਂਕਿ ਸਤਿਗੁਰਾਂ ਦੀ ਇਹ ਰਮਜਾਂ ਹੁੰਦੀਆਂ। ਹੋ ਸਕਦਾ ਕਿਸੇ ਰੂਹ ਦੇ ਨਾਲ ਪਹਿਲਾਂ ਗੱਲਾਂ ਹੋਈਆਂ ਹੋਣ। ਕਹੋ ਸਤਿਨਾਮ। ਸ੍ਰੀ ਵਾਹਿਗੁਰੂ। ਧੰਨ ਗੁਰੂ ਅਮਰਦਾਸ ਮਹਾਰਾਜ ਕੋਲ ਇੱਕ ਜੋਗੀ ਆਇਆ। ਜੋਗੀ ਦੇ ਨਾਲ ਗੱਲਾਂ ਬਾਤਾਂ ਹੋਈਆਂ ਤੇ ਜੋਗੀ ਕਹਿੰਦਾ ਜੀ ਸ਼ਾਂਤੀ ਨਹੀਂ ਆਈ, ਜੋਗ ਸਾਧਨਾ ਤਾਂ ਬੜੀ ਕਰਦੇ ਆ। ਇਹ ਗੱਲਾਂ ਬਾਤਾਂ ਚੱਲੀਆਂ ਤੇ ਸਹਿਸਵਾ ਪਾਤਸ਼ਾਹ ਕਹਿੰਦੇ ਫਿਰ ਤੂੰ ਸਾਡੇ ਘਰੇ ਜਨਮ ਲੈ ਲਾ ਭਾਈ, ਸ਼ਾਂਤੀ ਆ ਜਾਊਗੀ, ਆਨੰਦ ਆ ਜਾਊਗਾ। ਉਹ ਸਾਧ ਕਹਿਣ ਲੱਗਿਆ ਜੀ ਸਤ ਬਚਨ। ਇਸ ਨੇ ਗੁਰੂ ਪਿਆਰ ਰਿੱਧੀਆਂ ਸਿੱਧੀਆਂ ਤਾਂ ਬੜੀਆਂ ਪੈਦਾ ਕੀਤੀਆਂ ਪਰ ਆਤਮਿਕ ਸ਼ਾਂਤੀ ਨਹੀਂ ਸੀ। ਇਸ ਨੇ ਕਹਿੰਦੇ ਜੰਗਲਾਂ ਵਿੱਚ ਜਾ ਕਰਕੇ ਆਪਣਾ ਸਰੀਰ ਤਿਆਗਤਾ, ਗੁਰੂ ਸਾਹਿਬ ਦਾ ਧਿਆਨ ਧਰ ਕੇ ਤੇ ਸਤਿਗੁਰਾਂ ਦੇ ਘਰੇ ਇੱਕ ਬੱਚਾ ਪੈਦਾ ਹੋਣ ਵਾਲਾ ਸੀਗਾ, ਪੋਤਰਾ ਇਹਨਾਂ ਦਾ। ਉਸ ਦੇ ਵਿੱਚ ਆ ਕੇ ਉਹ ਰੂਹ ਪ੍ਰਵੇਸ਼ ਕਰ ਗਈ ਤੇ ਕੁਝ ਸਮੇਂ ਦੇ ਬਾਅਦ ਗੁਰੂ ਪਿਆਰੋ ਬੱਚੇ ਦਾ ਜਨਮ ਹੋਇਆ। ਜਦ ਬੱਚੇ ਦਾ ਜਨਮ ਹੋਇਆ ਤੇ ਘਰੋਂ ਭਾਈ ਬੱਲੂ ਸਤਲਨ ਸੇਵਾਦਾਰ ਸੁਨੇਹਾ ਲੈ ਕੇ ਆਉਂਦਾ, ਮਹਾਰਾਜ ਜੀ ਆਪ ਜੀ ਦੇ ਘਰ ਪੋਤਰਾ ਹੋਇਆ। ਅੱਛਾ ਆ ਗਿਆ, ਜਾ ਲੈ ਕੇ ਆ, ਮੇਰੇ ਕੋਲ ਲੈ ਕੇ ਆਓ ਉਸ ਨੂੰ। ਤੇ ਭਾਈ ਬੱਲੂ ਜੀ ਘਰ ਗਏ, ਮਾਤਾ ਨੂੰ ਦਾਦੀ ਨੂੰ ਕਿਹਾ ਬਈ ਬੱਚੇ ਨੂੰ ਸਤਿਗੁਰਾਂ ਨੇ ਮੰਗਾਇਆ ਦਰਬਾਰ ਸਾਹਿਬ 'ਚ। ਤੇ ਉਹਨਾਂ ਨੇ ਲਪੇਟ ਕੇ ਕੱਪੜਿਆਂ ਵਿੱਚ ਫੜਾ ਦਿੱਤਾ ਤੇ ਹੱਥ ਵਿੱਚ ਲੈ ਕੇ ਕਹਿਣ ਲੱਗੇ ਆ ਗਿਆ ਆਨੰਦ। ਕਹਿੰਦਾ ਸੀ ਆਨੰਦ ਨਹੀਂ ਆਉਂਦਾ, ਹੁਣ ਆਊਗਾ ਆਨੰਦ। ਗੁਰ ਘਰ ਜਵਨੇ ਗਵਨੇ ਜਵਨ ਮਿਟਾਇਆ, ਗੁਰ ਘਰ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਜਦੋਂ ਗੁਰੂ ਘਰ ਦੇ ਵਿੱਚ ਜਨਮ ਲੈ ਲਿਆ ਫਿਰ ਆਨੰਦ ਆਊਗਾ। ਇੱਥੇ ਦੋ ਢੰਗ ਹੈ ਜਨਮ ਲੈਣ ਦੇ। ਇੱਕ ਢੰਗ ਹੈ ਸਰੀਰ ਕਰਕੇ ਜਨਮ ਲੈਣਾ, ਦੂਜਾ ਗੁਰੂ ਵਾਲੇ ਬਣਨਾ। ਇਹ ਵੀ ਆਪਾਂ ਗੁਰੂ ਘਰ ਵਿੱਚ ਜੰਮੇ ਆ, ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਬਣੇ ਆ। ਕਹੋ ਸਤਿਨਾਮ। ਗੁਰ ਘਰ ਜਨਮੇ ਗਵਨ ਮਿਟਾਇਆ, ਅਨਹਦ ਰਾਤੇ ਇਹ ਮਨ ਲਾਇਆ। ਉੱਥੋਂ ਫਿਰ ਭਾਈ ਬੱਲੂ ਨੂੰ ਕਿਹਾ, ਆ ਪਹਿਲੀ ਪੌੜੀ ਬਣਾ ਕੇ ਨਾ ਆਨੰਦ ਸਾਹਿਬ ਦੀ ਪਹਿਲੀ ਪੌੜੀ ਬਣਾ ਕੇ ਕਹਿਣ ਲੱਗੇ ਐਂ ਕਰ ਪੀਪਾ ਲੈ ਕੇ ਕੋਠੇ ਤੇ ਚੜ੍ਹ ਜਾ ਤੇ ਪੀਪਾ ਵਜਾ ਵਜਾ ਕੇ ਗਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੈ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਤੋ ਆਨੰਦ ਸਤਿਗੁਰਾਂ ਦਾ ਪੋਤਰਾ ਵੀ ਹੈ, ਆਨੰਦ ਸਾਡੇ ਜੀਵਨ ਦੀ ਇੱਕ ਅਵਸਥਾ ਵੀ ਹੈ। ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ ਫਿਰ ਸਾਨੂੰ ਉਹ ਆਨੰਦ ਪ੍ਰਾਪਤ ਹੁੰਦਾ ਹੈ, ਜਿਹੜੇ ਆਨੰਦ ਦੀ ਗੱਲ ਸਤਿਗੁਰਾਂ ਨੇ ਫਿਰ 40 ਪੌੜੀਆਂ ਲਿਖ ਕੇ ਕੀਤੀ ਆ। ਕਹੋ ਸਤਿਨਾਮ। ਇਹ ਆਨੰਦ ਕਿਵੇਂ ਆਵੇਗਾ? ਖੈਰ ਗੁਰੂ ਕਿਰਪਾ ਕਰਨ
ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੇਤਕ ਚਿਰ ਮੈਂ ਧੀਰਜ ਧਾਰੀ ਨੀਕੇ ਸਿਰ ਮੁਖ ਪ੍ਰਭਾ ਨਿਹਾਰੀ। ਪਾਤਸ਼ਾਹ ਕਹਿੰਦੇ ਕਿਵੇਂ ਸਾਧ ਰਾਮ, ਹਿਰਦਾ ਤਾਂ ਤੇਰਾ ਪ੍ਰੇਮਾ ਭਗਤੀ ਚ ਪੱਕ ਗਿਆ ਹੈ, ਪਰ ਕੋਈ ਕਾਮ ਕ੍ਰੋਧ ਆਦਿ ਵਿਕਾਰ ਤੰਗ ਤਾਂ ਨਹੀਂ ਕਰਦੇ। ਹੁਣ ਕਿੰਨਾ ਚਿਰ ਸਾਧ ਨੇ ਆਪਣੇ ਆਪ ਨੂੰ ਸੈੱਟ ਕੀਤਾ, ਮੁਖ ਪੀਲਾ ਹੋ ਜਾਂਦਾ ਉਸ ਬਰਾਗ ਦੇ ਵਿੱਚ, ਅੱਖਾਂ 'ਚੋਂ ਪਾਣੀ ਵਹਿ ਤੁਰਦਾ ਹੈ, ਗਲਾ ਭਰੇ ਆਉਂਦਾ ਹੈ, ਬੋਲਿਆ ਜਾਂਦਾ ਨਹੀਂਗਾ। ਕਿੰਨਾ ਚਿਰ ਉਹ ਸਾਧ ਸਤਿਗੁਰਾਂ ਦੇ ਕੋਲ ਨੀਵੀਂ ਪਾ ਕੇ ਬੈਠਾ ਰਿਹਾ ਤੇ ਪਾਤਸ਼ਾਹ ਪੁੱਛਦੇ ਰਹੇ। ਤੇ ਫੇਰ ਜਦੋਂ ਸਤਿਗੁਰਾਂ ਦੇ ਵੱਲ ਦੇਖਦਾ ਕੀ ਕਹਿੰਦਾ ਹੈ? ਹਾਥ ਜੋਰ ਬੋਲਿਓ ਸੁਣ ਸੁਆਮੀ, ਸਭ ਜਾਣਤ ਤੁਮ ਅੰਤਰ ਜਾਮੀ। ਮਹਾਰਾਜ ਸੋਡੀਆਂ ਤੁਸੀਂ ਜਾਣਦੇ ਹੋ, ਤੁਸੀਂ ਕਿਹੜੀ ਗੱਲ ਤੋਂ ਭੁੱਲਿਆ ਤੁਹਾਨੂੰ, ਤੁਸੀਂ ਸਾਡੇ ਬਾਰੇ ਸਭ ਜਾਣਦੇ ਹੋ। ਕਿਰਪਾ ਆਪ ਕੀ ਜਿਸ ਪਰ ਹੋਵੇ, ਜੜ ਵਿਕਾਰ ਕੀ ਹਉਮੈ ਖੋਵੈ। ਔਰ ਜਦੋਂ ਤੁਹਾਡੀ ਕਿਰਪਾ ਹੋ ਜਾਂਦੀ ਹੈ ਤੇ ਇਹ ਵਿਕਾਰਾਂ ਦਾ ਕੀ ਮਤਲਬ ਹੈ? ਖੜ ਜਾਣ, ਉੱਠ ਵੰਜੋ ਕਿਲ ਵਿਖੋ। ਕਿਲ ਵਿਖ ਪੰਜਾਂ ਵਿਕਾਰਾਂ ਨੂੰ ਕਹਿੰਦੇ ਆ। ਉੱਠ ਵੰਜੋ ਕਿਲ ਵਿਖੋ, ਕਰਤਾ ਘਰੇ ਆਇਆ। ਜਿੱਥੇ ਤੁਹਾਡਾ ਵਾਸਾ ਹੋ ਜੇ ਉੱਥੇ ਤਾਂ ਇਹਨਾਂ ਦੀ ਜੜ ਹੀ ਪੱਟੀ ਜਾਂਦੀ ਹੈ ਮਹਾਰਾਜ। ਤਨ ਹੰਤਾ ਗਾੜੀ ਹੋਏ ਜਾਵਦ, ਕਾਮ ਕ੍ਰੋਧ ਨੇ ਬਿਨਸੀ ਤਾਵਦ। ਜਿੰਨਾ ਚਿਰ ਬੰਦੇ ਨੂੰ ਆਪਣੇ ਸਰੀਰ ਦਾ ਹੰਕਾਰ ਹੁੰਦਾ, ਮੈਂ ਫਲਾਨਾ ਸੋ, ਮੈਂ ਧਿਉਂਕਾ ਸਿਓ, ਮੈਂ ਫਲਾਨਾ ਅਫਸਰ, ਮੈਂ ਮੰਤਰੀ, ਮੈਂ ਸੰਤਰੀ ਆਦਿ ਆਦਿ, ਤਨ ਹੰਤਾ, ਇਹ ਤਨ ਹੰਤਾ ਸਰੀਰ ਦਾ ਹੰਕਾਰ, ਮੈਂ ਬੜਾ ਸੁੰਦਰ, ਮੈਂ ਬੜਾ ਸੋਹਣਾ, ਮੈਂ ਜੇ ਮੈਂ ਉਹ, ਉਹਨਾਂ ਚਿਰ ਇਹ ਵਿਕਾਰ ਦੁੱਖ ਦਿੰਦੇ ਐ। ਜਦੋਂ ਤਨ ਦੀ ਹੰਤਾ ਖਤਮ ਹੋ ਗਈ, कोई कवि कहता है, मिटा दे अपनी हस्ती को अगर कुछ मर्तबा चाहे, जैसे कि दाना खाक में मिलकर गुले गुलजार होता है। जिमीदार कणक बीजदा है, एक दाना थले धरदा धरती च, वो आप गल जाता है, पर अपने वर्गे 17-18 पैदा कर जाता। कोई सतनाम। इस तरह ही जिन्ना चिर सानू शरीर का हंकार है, उन्ना चिर ही विकार दुख दिंदे हन। इस दुबदा कर बहुती गाली, भगत आपके रहे सुखाले। महाराज इस दुबदा ने ही बंदे दे जीवन बर्बाद कीते आ, पर जिन्हां ने तुहाडी प्रेमा भगती कीती ਉਹ ਇਹਨਾਂ ਤੋਂ ਬਚ ਜਾਂਦੇ ਆ, ਉਹਨਾਂ ਦੀ ਤਨਹੰਤਾ ਖਤਮ ਹੋ ਜਾਂਦੀ ਆ। ਲਾਗੇ ਮਿਸ਼ਟੀ ਸਕੋ ਪਾਨਾ, ਲਿਵ ਲਾਗੇ ਸਤਨਾਮ ਮਹਾਨਾ। ਉਹਨਾਂ ਨੂੰ ਇੱਕੋ ਹੀ ਗੱਲ ਮਿੱਠੀ ਲੱਗਦੀ ਹੈ। ਬਾਬਾ ਫਰੀਦ ਜੀ ਕਿਸੇ ਵੇਲੇ ਸ਼ੱਕਰ ਦੇ ਕਾਰਨ ਭਗਤੀ ਕਰਨ ਲੱਗੇ ਸੀਗੇ, ਪਰ ਜਦੋਂ ਨਾਮ ਦਾ ਰਸ ਆਇਆ ਤੇ ਇੱਕ ਦਿਨ ਫਿਰ ਕਹਿ ਉੱਠੇ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੇ ਰੱਬਾ, ਤੇਰੇ ਨਾਮ ਦੇ ਬਰਾਬਰ ਇਹ ਮਿਠਾਸ ਕੁਛ ਵੀ ਨਹੀਂ ਹੈ। ਠੀਕ ਹੈ, ਬਚਪਨ ਵਿੱਚ ਮੈਨੂੰ ਮਾਂ ਨੇ ਕਿਹਾ ਸੀਗਾ, ਪੁੱਤ ਨਮਾਜ਼ ਕਰਿਆ ਕਰ, ਤੇ ਕਹਿਣ ਲੱਗੇ ਜੀ ਫੇਰ ਕੀ ਮਿਲੂਗਾ? ਜਵਾਕ ਅੱਗੋਂ ਸਵਾਲ ਕਰਦਾ ਹੀ ਕਰਦਾ, ਫਿਰ ਕੀ ਮਿਲੂਗਾ? ਬੇਬੇ ਨੇ ਸੋਚਿਆ ਵੀ ਹੁਣ ਕੀ ਕਹਾਂ ਇਹਨੂੰ, ਚੱਲ ਮਿੱਠੇ ਦਾ ਲਾਲਚ ਹੁੰਦਾ, ਪੁੱਤ ਸ਼ੱਕਰ ਮਿਲਿਆ ਕਰੂਗੀ, ਅੱਛਾ ਫਿਰ ਮੈਂ ਕਰਿਆ ਕਰੂੰਗਾ। ਐਸੇ ਬਚਪਨ ਤੋਂ ਸ਼ੱਕਰ ਦੇ ਲਾਲਚ ਨਾਲ ਲੱਗੇ। ਚਲੋ ਫਿਰ ਪਰਪੱਕਤਾ ਹੁੰਦੀ ਗਈ ਤੇ ਅਖੀਰ ਤੇ ਜਾ ਕੇ ਜਦੋਂ ਨਾਮ ਦਾ ਰਸ ਆਇਆ, ਕਹਿੰਦੇ ਓਹੋ, ਇਹ ਤਾਂ ਸ਼ੱਕਰ ਤੋਂ ਵੀ ਬਹੁਤ ਸਵਾਦ ਹੈ, ਗੁੜ ਤੋਂ ਵੀ ਸਵਾਦ ਹੈ, ਸ਼ਹਿਦ ਤੋਂ ਵੀ ਸਵਾਦ ਹੈ, ਅੰਬਾਂ ਤੋਂ ਵੀ ਸਵਾਦ ਹੈ। ਸ਼ੱਕਰ ਖੰਡ ਨਿਵਾਤ, ਮਿਸ਼ਰੀ ਹੁੰਦੀ ਹੈ ਨਿਵਾਤ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਸ਼ਹਿਦ, ਮਾਂਝਾ ਅੰਬ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਇਹ ਤੇਰੇ ਸਵਾਦ ਦੇ ਬਰਾਬਰ ਨਹੀਂ ਮਹਾਰਾਜ। ਜਿਨ੍ਹਾਂ ਦੇ ਅੰਦਰੋਂ ਤਨਹੰਤਾ ਖਤਮ ਹੋ ਜਾਂਦੀ ਹੈ, ਉਹਨਾਂ ਦੇ ਅੰਦਰ ਤਾਂ ਫਿਰ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ, ਉਹਦਾ ਭਾਣਾ ਹੀ ਮਿੱਠਾ ਲੱਗਦਾ। ਤੇਰਾ ਭਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਤਨਹੰਤਾ ਕੋ ਛੋਰਨ ਕਰੈ, ਬਹੁਰ ਪਰਮੇਸ਼ਰ ਕਰਨਾ ਧਰੈ। ਜਦੋਂ ਬੰਦਾ ਆਪਣੇ ਸਰੀਰ ਦਾ ਹੰਕਾਰ ਤਿਆਗ ਕੇ ਪਰਮੇਸ਼ਰ ਨਾਲ ਜੁੜੇਗਾ, ਫੇਰ ਪਰਮੇਸ਼ਰ ਦੀ ਦਇਆ ਹੁੰਦੀ ਹੈ, ਕਰੁਣਾ ਕਿਰਪਾ ਹੁੰਦੀ ਆ। ਚਿਤ ਸ਼੍ਰੀ ਕੀ ਤਬ ਹੋਏ ਜੀਵਨ, ਪ੍ਰਭੂ ਕੋ ਪ੍ਰੇਮ ਸੁਦਾ ਨਿਤ ਪੀਵੰ। ਤੇ ਜਦੋਂ ਇਸ ਤੇ ਗੁਰੂ ਦੀ ਪਰਮੇਸ਼ਰ ਦੀ ਕਿਰਪਾ ਹੋਣ ਲੱਗੀ, ਫਿਰ ਇਹ ਮੁਕਤੀ ਦੇ ਵਾਲਾ ਬਣ ਜਾਂਦਾ, ਉਚਿਤ ਭਾਵ ਇਹ ਫਿਰ ਮੁਕਤੀ ਹੋਣ ਦੇ ਜਿਹੜਾ ਹੈ ਉਚਿਤ ਹੋ ਜਾਂਦਾ ਹੈ। ਔਰ ਪ੍ਰਭੂ ਕੋ ਪ੍ਰੇਮ ਸੁਦਾ ਨਿਤ ਪੀਉਂਗੇ, ਫਿਰ ਅੰਦਰੋਂ ਨਿਤ ਨਾਮ ਦਾ ਪ੍ਰੇਮ
ਦਾ ਅੰਮ੍ਰਿਤ ਪੀਂਦਾ ਹੈ। ਸਕਲ ਵਿਕਾਰਨ ਕੋਹੇ ਨਾਸ਼ ਸਾਸ ਸਾਸ ਜਪ ਪ੍ਰਭ ਲਖ ਪਾਸ। ਤੇ ਜਦੋਂ ਮਨੁੱਖ ਦੇ ਕੋਲ ਸਾਸ ਸਾਸ ਪਰਮੇਸ਼ਰ ਨਾਲ ਦਿਖਾਈ ਦਿੰਦਾ ਹੈ, ਜਿਵੇਂ ਨਾਮਦੇਵ ਨੂੰ ਦਿੱਤਾ, ਜਿਵੇਂ ਧੰਨੇ ਨੂੰ ਦਿੱਤਾ, ਕਹੋ ਸਤਨਾਮ, ਜਿਵੇਂ ਭਗਤਾਂ ਨੂੰ ਪਰਮੇਸ਼ਰ ਹਮੇਸ਼ਾ ਨਾਲ ਦਿਸਿਆ। ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ, ਫਿਰ ਸਾਰੇ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ। ਪਟਨੀ ਸ਼ਹਿਰ ਜਨਮ ਜਪਿਓ ਬ੍ਰਹਮ ਪੁੱਤਰ ਨਦ ਡਿਗ ਸੁਨ ਲਿਓ। ਦੇਖੋ ਇਹ ਕਿੰਨਾ ਪੁਰਾਣਾ ਮਿੱਤਰ ਹੈ ਗੁਰੂ ਘਰ ਦਾ। ਇੱਥੋਂ ਅੱਗੇ ਦੱਸਦੇ ਨੇ ਭਾਈ ਸਾਹਿਬ ਜੀ, ਇਸ ਦਾ ਪਟਨਾ ਸ਼ਹਿਰ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ, ਇਹ ਬ੍ਰਹਮਪੁੱਤਰਾ ਨਦੀ ਦੇ ਕਿਨਾਰੇ ਤੇ ਸਾਧ ਰਹਿੰਦਾ ਸੀ। ਤਬ ਸ਼੍ਰੀ ਤੇਗ ਬਹਾਦਰ ਪਾਸ ਦਰਸ਼ਨ ਕਰਤ ਹੁਤੋ ਸੁਖਰਾਸ। ਉਦੋਂ ਇਹ ਸਾਧੂ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਦਾ ਰਿਹਾ ਹੈ। ਲਖ ਭੂਪਤ ਕੋ ਭਾਵ ਵਿਸਾਲਾ ਦੇਨੇ ਵਿਜੇ ਹੁਤੇ ਤਿਸ ਨਾਲਾ। ਔਰ ਉਸ ਵੇਲੇ ਰਾਜੇ ਦੀ ਜਿਹੜੀ ਹੈ ਗੁਰੂ ਪਿਆਰਿਓ ਭਾਵਨਾ ਦੇਖ ਕੇ ਉਸ ਨੂੰ ਜਿੱਤ ਦਿਵਾਉਣੀ ਚਾਹੁੰਦੇ ਸਨ। ਜਨਮ ਆਪ ਕੋ ਸੁਨਹਿਰ ਖਾਏ ਛੁਤਰੀ ਦੁੱਧ ਬਹੁ ਬਜਵਾਏ। ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਅਸਾਮ ਵੱਲ ਗਏ ਹੈ ਰਾਜਾ ਜੈ ਸਿੰਘ ਦੀ ਜਿੱਤ ਕਰਾਉਣ ਵਾਸਤੇ, ਇਹ ਉਦੋਂ ਦੀ ਗੱਲ ਕਰਦਾ ਸਾਧੂ। ਕਹਿੰਦੇ ਜਦੋਂ ਪਾਤਸ਼ਾਹ ਗਏ ਸੀ ਅਸਾਮ ਦੇ ਵੱਲ ਰਾਜੇ ਨੂੰ ਜਿਤਾਉਣ ਵਾਸਤੇ, ਇੱਧਰ ਆਪ ਜੀ ਦਾ ਜਨਮ ਹੋਇਆ ਸੀ ਪਟਨਾ ਸਾਹਿਬ ਦੇ ਵਿੱਚ। ਤੋਪ ਤੋਪ ਲਸ਼ਕਰ ਮੇ ਸਾਰੀ ਪਈ ਛਲਕ ਛੁੱਟੀ ਇੱਕ ਬਾਰੀ। ਉਸ ਵੇਲੇ ਫਿਰ ਰਾਜਾ ਜੈ ਸਿੰਘ ਨੇ ਆਪਣੇ ਲਸ਼ਕਰ ਦੇ ਵਿੱਚ ਖੁਸ਼ੀ ਮਨਾਈ ਜਦੋਂ ਪਿੱਛੋਂ ਇੱਕ ਨਾ ਘੋੜਸਵਾਰ ਗਿਆ ਸੀਗਾ, ਫਟਾਫਟ ਜਿੱਥੇ ਵੀ ਮਿਲਦੇ ਜਾ ਕੇ ਦੱਸੋ ਵੀ ਜੀ ਸਾਹਿਬਜ਼ਾਦੇ ਨੇ ਜਨਮ ਲੈ ਲਿਆ, ਕੋਈ ਸਤਨਾਮ। ਤੋ ਜਦੋਂ ਜਾ ਕਰਕੇ ਘੋੜਸਵਾਰ ਨੇ ਦੱਸਿਆ ਮਹਾਰਾਜ ਜੀ ਆਪ ਜੀ ਦੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ। ਅੱਛਾ ਆ ਗਿਆ ਗੋਬਿੰਦ, ਉਹਦਾ ਨਾਮ ਗੋਬਿੰਦ ਰੱਖਿਓ, ਕੋਈ ਸਤਨਾਮ। ਉਹਦਾ ਨਾਮ ਗੋਬਿੰਦ ਰਾਏ ਰੱਖਣਾ ਹੈ, ਅਸੀਂ ਆ ਕੇ ਮਿਲਦੇ ਹਾਂ, ਉਹਦੀ ਸੇਵਾ ਸੰਭਾਲ ਕਰੋ ਚੰਗੀ ਤਰ੍ਹਾਂ। ਉਹ ਖੁਦ ਪਰਮੇਸ਼ਰ ਹੀ ਆਇਆ। ਗੁਰੂ ਤੇਗ ਬਹਾਦਰ ਜੀ ਨੇ ਰਸਤੇ ਵਿੱਚੋਂ ਹੀ ਨਾਂ ਰੱਖ ਕੇ ਉਹ ਘੋੜਸਵਾਰ ਨੂੰ ਵਾਪਸ ਭੇਜਿਆ ਸੀ। ਖੈਰ ਪਾਤਸ਼ਾਹ ਜਦੋਂ ਤੁਹਾਡਾ ਜਨਮ ਹੋਇਆ ਸੀ ਪਟਨਾ ਸਾਹਿਬ ਦੇ ਵਿੱਚ, ਔਰ ਰਾਜੇ ਨੇ ਲਸ਼ਕਰ ਦੇ ਵਿੱਚ ਕਈ ਤਲੋਪਾਂ ਦੀ, ਤੁਪਕਾਂ ਦੀ, ਬੰਦੂਕਾਂ ਦੀ ਛਲਕ ਛੱਡੀ ਸੀ, ਭਾਵ ਪਰਮੇਸ਼ਰ ਦੇ ਆਉਣ ਤੇ ਉਸ ਦੇ ਆਉਣ ਦੇ ਵਿੱਚ ਗੁਰੂ ਪਿਆਰਿਓ ਜਿਵੇਂ ਸ਼ਰਧਾਂਜਲੀ ਦਿੰਦੇ ਹਨ, ਜਿਵੇਂ ਗੁਰੂ ਪਿਆਰਿਓ ਜਿਹੜੇ ਫੌਜੀ ਹਨ ਆਪਣੇ ਕਿਸੇ ਫੌਜੀ ਨੂੰ ਸਤਿਕਾਰ ਸਹਿਤ 5 ਤੋਪਾਂ ਦੀ 10 ਤੋਪਾਂ ਦੀ ਛਲਕ ਛੱਡਦੇ ਇੱਕਦਮ ਇਕੱਠੀ, ਇੱਦਾਂ ਰਾਜੇ ਨੇ ਖੁਸ਼ੀ ਮਨਾਈ ਸੀ। ਤੁਰਹੀ ਰਣ ਸਿੰਘੇ ਡਫ ਟੋਲਾ ਬਾਜੇ ਪਟੇ ਪਿਉੜ ਵੱਡ ਰੋਲਾ। ਉਸ ਵੇਲੇ ਬੜੇ ਹੀ ਬਾਜੇ ਵੱਜੇ ਸਨ ਤੁਹਾਡੇ ਜਨਮ ਤੇ, ਬੜਾ ਰੌਲਾ ਪੈ ਰਿਹਾ ਸੀਗਾ, ਢੋਲਾਂ ਦਾ, ਪਟਿਆਂ ਦਾ, ਬਾਜਿਆਂ ਦਾ, ਤੁਰਲੀਆਂ ਦਾ, ਰਣ ਸਿੰਘਿਆਂ ਦਾ। ਸ੍ਰੀ ਗੁਰੂ ਤੇਗ ਬਹਾਦਰ ਭਾਰੀ ਉਤਸਵ ਕਰਿਓ ਮਹਾ ਤਿਸ ਬਾਰੀ। ਔਰ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਮੈਨੂੰ ਪਤਾ ਲੱਗਿਆ ਸੀਗਾ ਸਤਿਗੁਰੂ ਜੀ ਉਹਨਾਂ ਨੇ ਬਹੁਤ ਵੱਡੀ ਖੁਸ਼ੀ ਮਨਾਈ ਸੀ। ਆਏ ਮੰਗਤ ਜਨ ਸਮੁਦਾਏ ਗਿਓ ਨਾ ਛੂਛੋ ਸਭ ਤਨ ਪਾਏ। ਤੇ ਉੱਥੇ ਫਿਰ ਰਸਤੇ ਦੇ ਵਿੱਚ ਹੀ ਬਹੁਤ ਮੰਗਤਿਆਂ ਨੇ ਆ ਕੇ ਵਧਾਈਆਂ ਦਿੱਤੀਆਂ, ਔਰ ਸਤਿਗੁਰਾਂ ਨੇ ਕਿਸੇ ਨੂੰ ਵੀ ਖਾਲੀ ਨਹੀਂ ਮੋੜਿਆ ਸੀ। ਰਿਪ ਜੁਤ ਸਭ ਲਸ਼ਕਰ ਉਤਸਾਹਾ ਦਿਓ ਦਾਨ ਜਸ ਜਸ ਜਿਸ ਪਾਹਾ। ਰਾਜੇ ਨੇ ਵੀ ਬਹੁਤ ਦਾਨ ਕੀਤਾ ਉਸ ਵੇਲੇ, ਜਾਂਦੇ ਜਾਂਦੇ ਰਸਤੇ ਵਿੱਚ ਰੋਕ ਕੇ, ਜਿਹਨੇ ਜੋ ਮੰਗਿਆ ਉਹਨੂੰ ਉਹ ਦਿੱਤਾ। ਤਬ ਮੈਂ ਬੂਝੇ ਪਿਤਾ ਤੁਹਾਰੇ ਕਸ ਸਾਹਿਬਜ਼ਾਦੇ ਗੁਣ ਭਾਰੇ। ਉਸ ਵੇਲੇ ਮੈਂ ਤੁਹਾਡੇ ਪਿਤਾ ਜੀ ਨੂੰ ਪੁੱਛਿਆ ਸੀਗਾ ਬਈ ਤੁਹਾਡੇ ਸਾਹਿਬਜ਼ਾਦੇ 'ਚ ਇੰਨੇ ਕਿੰਨੇ ਕੁ ਗੁਣ ਹੈ ਕਿ ਤੁਸੀਂ ਇੰਨਾ ਇੰਤਜ਼ਾਮ ਕੀਤਾ ਹੋਇਆ ਜਾਂ ਇੰਨੀ ਉਹਨਾਂ ਦੀ ਖੁਸ਼ੀ ਮਨਾ ਰਹੇ ਹੋ, ਇਹਦਾ ਕਾਰਨ ਕੀ ਹੈ? ਅੱਜ ਇਹ ਸਾਧ ਰਾਮ ਉਹ ਗੱਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਜਿਹੜੀ ਇਸ ਨੇ ਆਪਣੇ ਅੱਖਾਂ ਦੇ ਨਾਲ ਵੇਖੀ ਸੀ। ਜਿਸ ਜਨ ਮਤ ਬਹੁ ਮੰਗਲ ਹੋਵਾ ਯਾਤੇ ਮੈਂ ਬਾਛਤ ਮੁਖ ਜੋਵਾ। ਔਰ ਮੈਂ ਮਹਾਰਾਜ ਬੇਨਤੀ ਕੀਤੀ ਸੀ ਕਿ ਜਿਸ ਦੇ ਜਨਮ ਲੈਣ ਤੇ ਇੰਨੀਆਂ ਖੁਸ਼ੀਆਂ ਮਨਾ ਰਹੇ ਹੋ, ਇਹਦਾ ਕੀ ਕਾਰਨ ਹੈ? ਸੁਣ ਕੇ ਗੁਰੂ ਬਿਰਤਾਂਤ ਉਚਾਰਾ ਈਸ਼ਵਰ ਐਸ ਤੇ ਅਵਤਾਰਾ। ਧਿਆਨ ਦਿਓ, ਆਵਾਜ਼ ਬੰਦ ਕਰਕੇ ਬੱਚਿਓ। ਕਹਿੰਦੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀਗਾ ਕਿ ਇਹ ਸਾਹਿਬਜ਼ਾਦਾ ਕੇਵਲ ਬੱਚਾ ਨਹੀਂ, ਇਹ ਅਕਾਲ ਪੁਰਖ ਦਾ ਅਵਤਾਰ ਆਇਆ ਹੈ। ਰੋਮ ਰੋਮ ਪ੍ਰਤ ਬਿਸ਼ਨ ਮਹੇਸ਼ਾ ਕਰਤਾ ਪੁਰਖ ਕਿਰਪਾਲ ਵਿਸ਼ੇਸ਼ਾ। ਇਹ ਉਹ ਅਕਾਲ ਪੁਰਖ ਹੈ ਜਿਸ ਨੂੰ ਸਾਰੇ 33 ਕਰੋੜ ਦੇਵੀ ਦੇਵਤਾ
ਰੋਮ ਰੋਮ ਕਰਕੇ ਜਪਦੇ ਹਨ। ਜੋਗ ਸਾਧਨਾ ਬਹੁ ਬਿਦ ਸਾਦੇ ਤਰ ਈਮਾਨ ਧਿਆਨ ਸੋ ਪ੍ਰਭ ਰਾਧੇ। ਔਰ ਇਸ ਨੇ ਯੋਗ ਸਾਧਨਾ ਧਾਰ ਕੇ ਉਸ ਪਰਮੇਸ਼ਰ ਦੇ ਨਾਲ ਜੁੜਨਾ ਕੀਤਾ ਸੀ। ਹਵੈ ਪ੍ਰਸਾਨੇ ਪੁਰਸ਼ ਪਠਾਇਓ ਚਿਰੰਕਾਲ ਤੇ ਕੁ ਸੁਤ ਪਾਇਓ। ਬੜੇ ਲੰਬੇ ਸਮੇਂ ਦੇ ਬਾਅਦ ਸਾਡੇ ਘਰ ਇਹ ਪੁੱਤਰ ਪੈਦਾ ਹੋਇਆ ਹੈ ਔਰ ਅਕਾਲ ਪੁਰਖ ਨੇ ਜਿਹੜਾ ਹੈ ਇਹ ਸਾਹਿਬਜ਼ਾਦਾ ਸਾਡੇ ਘਰ ਭੇਜਿਆ, ਜਿਹੜਾ ਇਹ ਬਹੁਤ ਜ਼ਿਆਦਾ ਤਪੱਸਿਆ ਵਾਲਾ ਹੈ। ਜਦੋਂ ਧਰਤੀ ਦੀਆਂ ਪੁਕਾਰਾਂ ਗਈਆਂ ਤਾਂ ਅਕਾਲ ਪੁਰਖ ਨੇ ਵੇਖਿਆ ਵੀ ਹੁਣ ਕਿਹਨੂੰ ਭੇਜੀਏ। ਥੱਲੇ ਜਿਹੜਾ ਜ਼ੁਲਮ ਕਰਨ ਵਾਲਾ ਰਾਜਾ ਹੈ ਉਹ ਔਰੰਗਜ਼ੇਬ ਹੈ, ਉਹਦੀ ਬਰਾਬਰੀ ਤਾਂ ਫਿਰ ਦੁਸ਼ਟ ਦਮਨ ਹੀ ਕਰ ਸਕਦਾ ਹੈ। ਬੜੀ ਯੋਗ ਸਾਧਨਾ, ਜਿਵੇਂ 9ਵੇਂ ਪਾਤਸ਼ਾਹ ਜੀ ਨੇ ਕਿਹਾ ਸੀਗਾ, 9ਵੇਂ ਪਾਤਸ਼ਾਹ ਦੇ ਬਾਰੇ 10ਵੇਂ ਪਾਤਸ਼ਾਹ ਜੀ ਕਹਿੰਦੇ ਹਨ, ਮੁਰਪਿਤ ਅਲਖ ਅਰਾਧਾ ਬਹੁ ਵਿਦ ਯੋਗ ਸਾਧਨਾ ਸਾਧਾ ਕਤ ਤਪੱਸਿਆ ਜਬ ਹੀ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਉਸ ਵੇਲੇ ਦੀ ਇਹ ਕਹਾਣੀ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸੁਣਾਈ ਸੀ, ਇਹ ਸਾਧੂ ਦੱਸਦਾ ਹੈ। ਪਾਚਲ ਹਮਵਾਰ ਬਲਿਆਏ ਸੰਮਤ 40 ਤੇ ਅਧਿਕਾਏ। ਔਰ ਸਾਡੀ ਪਿਛਲੀ ਉਮਰ ਅਵਤਾਰ ਧਾਰਿਆ ਇਹਨਾਂ ਨੇ 40 ਸਾਲ ਦੀ ਉਮਰ ਤੋਂ ਬਾਅਦ। ਬੜੇ ਪੁਰਖ ਲੀਨਸ ਅਵਤਾਰ ਕਾਰਜ ਬੜੇ ਲੈ ਸਾਰ। ਇਹ ਬਹੁਤ ਵੱਡਾ ਬਲੀ ਪੁਰਖ ਹੈ, ਸੰਸਾਰ ਦੇ ਕਾਰਜ ਕਰਨ ਵਾਸਤੇ ਆਇਆ। ਹਿੰਦ ਪਨੇ ਕੀ ਰਾਖੀ ਲਾਜ ਨਾਸ਼ੇ ਤੁਰਕਨ ਰਾਜ ਸਮਾਜ। ਇਹ ਭਾਰਤ ਵਰਸ਼ ਦੀ ਲਾਜ ਰੱਖੇਗਾ, ਤੁਰਕਾਂ ਦਾ ਜ਼ੁਲਮ ਖਤਮ ਕਰੇਗਾ। ਅੰਤ ਤੀਸਰੋ ਕਰਿਓ ਪਾਵਨ ਸੰਤੋ ਬਾਰ ਦੁਸ਼ਟ ਗਨ ਕਾਵਨ। ਉਹ ਤੀਸਰਾ ਪੰਥ ਇਹਨੇ ਪੈਦਾ ਕਰਨਾ ਹੈ, ਸੰਤਾਂ ਦੀ ਰਕਸ਼ਾ ਕਰਨੀ, ਦੁਸ਼ਟਾਂ ਦਾ ਖਾਤਮਾ ਕਰਨਾ ਹੈ। ਮੱਧ ਪ੍ਰਦੇਸ਼ ਮੇ ਜੰਗ ਖਾੜੇ ਲਾਖੋ ਮਾਰੇ ਪਵੇ ਪਵਾੜੇ। ਪੰਜਾਬ ਇਲਾਕੇ ਮਦਰ ਦੇਸ਼ ਜਿੱਥੇ ਇਹਨਾਂ ਦਾ ਪੱਕਾ ਵਾਸਾ ਹੋਣਾ ਹੈ, ਮਦਰ ਦੇਸ਼ ਹਮਕੋ ਲੈ ਆਏ। ਪਟਨਾ ਸਾਹਿਬ ਤੋਂ ਇੱਥੇ ਪੰਜਾਬ 'ਚ ਲੈ ਕੇ ਆਂਦੇ ਜਦੋਂ ਮਦਰ ਦੇਸ਼ ਦੇ ਵਿੱਚ ਬੜੇ ਜੰਗ ਕਰਨੇ ਆ ਇਹਨਾਂ ਨੇ ਔਰ ਲੱਖਾਂ ਹੀ ਦੁਸ਼ਮਣ ਮਾਰੇ ਜਾਣੇ ਆ। ਤੁਰਕਪਤੀ ਕੋ ਕਰ ਸੰਗਾਰ ਦੱਖਣ ਆਯੰਤ ਕੀ ਬਾਰ। ਤੁਰਕਪਤੀ ਦਾ ਖਾਤਮਾ ਕਰਕੇ ਔਰੰਗਜ਼ੇਬ ਦਾ ਖਾਤਮਾ ਕਰਕੇ ਅਖੀਰ ਅਨੰਦੇੜ ਦੁੱਖਣ ਵਿਲ ਆਉਣਗੇ। ਸੋਨੋ ਸਾਧ ਤੋਏ ਬੈਸ ਬਡੇਰੀ ਟਿਕੋ ਕਿਤੇ ਤਵਲੀ ਜਿਹਰੀ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਧ ਰਾਮ ਤੇਰੀ ਤਾਂ ਬੜੀ ਵੱਡੀ ਉਮਰ ਹੋ ਗਈ ਹੈ, ਤੂੰ ਸਾਡੇ ਨਾਲ ਰਹਿ, ਟਿਕ ਜਾ ਕਿਤੇ ਤਾਂ ਕਿ ਤੇਰੇ ਦਰਸ਼ਨ ਕਰਦੇ ਰਹੀਏ। ਇਹ ਸਭ ਸੁਣ ਕੇ ਤੁਮ ਪਿਤ ਪਾਸ ਇਸ ਪੁਰ ਬਸਿਓ ਦਰਸ ਕਰ ਆਸ। ਤੁਹਾਡੇ ਪਿਤਾ ਦਾ ਇਹ ਹੁਕਮ ਸੁਣ ਕੇ ਮੈਂ ਬੁਰਹਾਨਪੁਰ ਆ ਕੇ ਵਸ ਗਿਆ। ਬੁਰਹਾਨਪੁਰ ਦੇ ਵਿੱਚ ਇਹ ਸਾਧ ਵੀ ਉਡੀਕ ਰਿਹਾ ਸੀ ਤੇ ਬੁਰਹਾਨਪੁਰ ਦੇ ਨਗਰ ਦੇ ਲੋਕ ਵੀ ਉਡੀਕ ਰਹੇ ਸੀ, ਤਾਂ ਆ ਕੇ ਤੁਸੀਂ ਦਰਸ਼ਨ ਦਿੱਤੇ, ਅਸੀਂ ਆਨੰਦ ਮਾਣਿਆ। ਹੋਰ ਵਿਚਾਰਾਂ ਹੋਈਆਂ ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਹੈ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म हे अविनाशी अगनाश हे पूरन हे सर्व पंजन गुणतास हे संगी हे निरंकार हे निर्गुण सब हे गोविंद हे गुण निधान के सदा बबेक हे अपरंपर हर हरे हो बनहार हे संत के सदा संग दारा आधार हे ठाकुर हों दासरो निर्गुण गुण नहीं कोई नानक दीजै नाम दान ही परोए आए प्रभ शरणागति नित दयाल एक अखर हर मन बसत नानक होत निहाल एक ओंकारा सतगुरु प्रसाद सच हुए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह।